ਵਾਲੀਏ ਕੁਲ ਆਲਮ, ਗਿਆਨ ਦੇ ਪ੍ਰਕਾਸ਼ ਦੇ ਮੁਜੱਸਮੇ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੈ ਜਗ ਬਉਰਾਨੰ। ਐਸੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਜਗਤ ਦੇ ਵਾਲੀ ਸਤਿਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਦੀ ਮੁਬਾਰਕ ਨਿੱਘੀ ਪਿਆਰੀ ਗੋਦ ਦਾ ਆਨੰਦ ਮਾਣ ਰਹੀ, ਆਪ ਸਰਬੱਤ ਗੁਰੂ ਕੀ ਸਾਜੀ ਨਵਾਜੀ, ਗੁਰੂ ਪਿਆਰੀ ਗੁਰੂ ਸਵਾਰੀ, ਗੁਰੂ ਸਾਹਿਬ ਦਾ ਖਾਸ ਰੂਪ, ਅਤਿ ਸਤਿਕਾਰਯੋਗ ਸਤ ਸੰਗਤ ਜੀਓ। ਬੜੇ ਵੱਡੇ ਭਾਗ ਜਾਣੋ ਜੋ ਮਹਾਰਾਜ ਜੀ ਨੇ ਇਹ ਸਬੱਬ, ਇਹ ਸੁਭਾਗਾ ਸਮਾਂ ਸਾਡੀ ਝੋਲੀ ਵਿੱਚ ਪਾਇਆ ਹੈ, ਆਪਣੇ ਚਰਨਾਂ ਕਮਲਾਂ ਪਾਸ ਬੈਠ ਕੇ ਸਤ ਸੰਗਤ ਕਰਨ ਦਾ। ਗੁਰਦੇਵ ਪਾਤਸ਼ਾਹ ਜੀ ਮਹਾਰਾਜ ਪਾਵਨ ਬਾਣੀ ਵਿੱਚ ਇਹ ਉਪਦੇਸ਼ ਕਰਦੇ ਹਨ, ਕਹਿੰਦੇ ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਕਿ ਭਾਈ ਬਿਨਾਂ ਭਾਗਾਂ ਤੋਂ ਸਤ ਸੰਗਤ ਦੀ ਪ੍ਰਾਪਤੀ ਨਹੀਂ ਹੋ ਸਕਦੀ। ਬਹੁਤ ਐਸੇ ਸੰਸਾਰ ਅੰਦਰ ਜੀਵ ਨੇ ਜੋ ਅਜੇ ਵੀ ਸਤ ਸੰਗਤ ਤੋਂ ਵਾਂਝੇ ਆਪਣੇ ਜੀਵਨ ਨੂੰ, ਆਪਣੇ ਜੀਵਨ ਦੇ ਕੀਮਤੀ ਸਮੇਂ ਨੂੰ ਬਰਬਾਦ ਕਰਨ ਵਿੱਚ ਲੱਗੇ ਨੇ। ਤੇ ਜੇ ਪ੍ਰਭੂ ਨੇ ਮੱਤ ਦਿੱਤੀ ਹੈ ਅਸੀਂ ਆਪਣੇ ਜੀਵਨ ਨੂੰ ਆਬਾਦ ਕਰਨ ਵਾਸਤੇ ਗੁਰੂ ਦੇ ਚਰਨ ਪਰਸੇ ਨੇ, ਇਹ ਵੱਡੇ ਭਾਗ ਨੇ। ਆਓ ਵਡਭਾਗੀ ਜਨੋ, ਚੱਲ ਰਹੀ ਲੜੀਵਾਰ ਗੁਰ ਸ਼ਬਦ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ। ਧੰਨ ਧੰਨ ਗੁਰਦੇਵ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਤਿਨਾਂ ਵੱਲੋਂ ਬਖਸ਼ਿਸ਼ ਫਤਿਹ ਪ੍ਰਵਾਨੋ। ਦੋਵੇਂ ਹੱਥ ਜੋੜ ਕੇ ਗੱਜ ਵੱਜ ਕੇ ਦਿਓ ਜੀ ਫਤਿਹ ਦਾ ਜਵਾਬ। ਫਤਿਹ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਪਾਵਨ ਸ਼ਬਦ ਰਾਗ ਗੌੜੀ 11ਵਾਂ। ਹੁਣ ਸਭ ਤੋਂ ਪਹਿਲਾਂ ਜਿਹੜਾ ਕੋਈ ਵਿਅਕਤੀ ਹੈਡਿੰਗ ਪੜ੍ਹੇਗਾ, ਹੈਡਿੰਗ ਉੱਪਰ ਜੋ ਲਿਖਿਆ ਹੋਇਆ ਸੰਬੋਧਨ ਕਰਕੇ 11ਵਾਂ, ਉਹਦੇ ਮਨ ਅੰਦਰ ਇੱਕ ਅਸਮੰਜਸ ਆਏਗਾ ਵੀ 1 2 3 4 5 ਤੱਕ ਤਾਂ ਸਰਵਣ ਕੀਤਾ, 9 ਵੀ ਸਰਵਣ ਕੀਤਾ, 11ਵੇਂ ਦਾ ਅਰਥ। ਤਾਂ ਜੋ ਪਿਆਰਿਓ 11ਵਾਂ ਇੱਥੇ ਘਰ ਹੈ, ਗੌੜੀ ਰਾਗ ਹੈ। ਇੱਕ ਵਾਰ ਪਾਤਸ਼ਾਹ ਜੀ ਨੇ ਲਿਖਿਆ ਵੀ ਇਸ ਰਾਗ ਵਿੱਚ ਕਿਸ ਦੀ ਬਾਣੀ ਹੈ? ਭਗਤ ਕਬੀਰ ਸਾਹਿਬ ਜੀ ਦੀ। ਇਹ ਭਗਤ ਕਬੀਰ ਸਾਹਿਬ ਜੀ ਦਾ ਸ਼ਬਦ ਹੈ ਤੇ ਇਹਦਾ ਘਰ 11ਵਾਂ। ਹੁਣ ਬਹੁਤੀ ਵਾਰ ਸਾਨੂੰ ਸਮਝ ਨਹੀਂ ਆਉਂਦੀ ਵੀ ਬਾਣੀ ਦੇ ਅੰਦਰ ਜੋ ਗੱਲ ਕੀਤੀ ਗਈ ਹੈ ਉਹ ਤਾਂ ਵਾਜਬ ਹੈ, ਪਰ ਬਾਣੀ ਦਾ ਰਚయిਤਾ ਕੌਣ ਹੈ? ਸਤਿਗੁਰੂ ਜੀ ਮਹਾਰਾਜ 6 ਪਾਤਸ਼ਾਹੀਆਂ, 6 ਨਾਨਕ ਦੀ ਜੋਤ, ਤਿੰਨਾਂ ਨੇ ਬਾਣੀ ਨੂੰ ਨਾਨਕ ਪਦ ਦੇ ਨਾਲ ਨਵਾਜੇ, ਇਸ ਪਦ ਦੀ ਵਰਤੋਂ ਕੀਤੀ। ਜੇਕਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹ ਆਪਣੇ ਆਪ ਦੇ ਨਾਮ ਦੀ ਵਰਤੋਂ ਕਰਦੇ ਨੇ, ਤੇ ਅਗਲੀਆਂ ਆਉਣ ਵਾਲੀਆਂ ਪਾਤਸ਼ਾਹੀਆਂ ਜਿਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ, ਜਿਨ੍ਹਾਂ ਪਾਤਸ਼ਾਹੀਆਂ ਨੇ ਬਾਣੀ ਉਚਾਰਨ ਕੀਤੀ ਹੈ, ਇਹ ਨਾਨਕ ਸ਼ਬਦ ਤਿੰਨਾਂ ਸਤਿਗੁਰਾਂ ਨੇ ਵਰਤੇ। ਭਗਤ ਸਾਹਿਬਾਨ ਨਾਨਕ ਸ਼ਬਦ ਨਹੀਂ ਵਰਤਦੇ, ਭੱਟ ਸਾਹਿਬਾਨ ਵੀ ਨਹੀਂ ਵਰਤਦੇ, ਤੇ ਨਾ ਹੀ ਗੁਰਸਿੱਖਾਂ ਦੀ ਬਾਣੀ ਦੇ ਵਿੱਚ ਹੀ ਇਹ ਸ਼ਬਦ ਦੀ ਵਰਤੋਂ ਮਿਲੇਗੀ। ਇਹ ਮੋਹਰ ਹੈ ਜੋ ਲਖਾਇਕ ਹੈ ਵੀ ਇਸ ਗੁਰੂ ਨੇ ਇਸ ਪਦ ਦੀ ਵਰਤੋਂ ਕਰਦਿਆਂ ਹੋਇਆਂ ਬਾਣੀ ਰਚੀ ਹੈ। ਤੇ ਸਤਿਗੁਰੂ ਜੀ ਮਹਾਰਾਜ ਉੱਪਰ ਗਿਣਤੀ ਲਿਖਦੇ ਨੇ ਵੀ ਇਹ ਪਹਿਲੀ ਪਾਤਸ਼ਾਹੀ, ਦੂਜੀ, ਤੀਜੀ ਹੈ, ਕਿਉਂਕਿ ਇੱਥੇ ਕੇਵਲ ਗਿਣਤੀ ਲਿਖੀ ਹੈ, ਮਹੱਲਾ ਨਹੀਂ ਲਿਖਿਆ। ਇਸ ਕਰਕੇ ਮਤਾਂ ਕੋਈ ਭੁਲੇਖਾ ਪੈ ਜਾਵੇ, ਜੋ ਸ਼ੁਰੂਆਤ ਹੋ ਰਹੀ ਹੈ ਨਾ, ਕੇਵਲ ਉਹਦੇ ਵੱਲ ਧਿਆਨ ਦੇ ਕੇ ਵੇਖੀਏ ਵੀ ਗੌੜੀ ਭਗਤ ਕਬੀਰ ਜੀ ਦਾ ਇਹ ਪਾਵਨ ਸ਼ਬਦ ਹੈ। 2 ਬੰਦ ਵਾਲੇ ਹੁਣ ਤੱਕ ਇਹ ਦੂਸਰਾ ਸ਼ਬਦ ਹੈ, ਤੇ ਕੁੱਲ ਸ਼ਬਦਾਂ ਦਾ ਜੋੜ ਭਗਤ ਕਬੀਰ ਸਾਹਿਬ ਜੀ ਦੇ ਦਾ 15,
ਗੌੜੀ ਰਾਗ ਦੇ ਵਿੱਚ ਕੁੱਲ ਸ਼ਬਦਾਂ ਦਾ ਜੋੜ ਹੈ 66। ਇਹ 66ਵਾਂ ਸ਼ਬਦ ਹੈ। ਆਓ ਹੁਣ ਅਗਲੇਰੀ ਵਿਚਾਰ ਵੱਲ ਵਧੀਏ ਕਿ ਸ਼ਬਦ ਦੇ ਅੰਦਰ ਪਰੋ ਕੇ ਸਾਡੇ ਸਾਹਮਣੇ ਭਗਤ ਕਬੀਰ ਸਾਹਿਬ ਜੀ ਕੀ ਉਪਦੇਸ਼ ਬਖਸ਼ਿਸ਼ ਕਰਦੇ ਨੇ। ਰਹਾਉ ਵਾਲੇ ਬੰਦ ਅੰਦਰ ਗੁਰਬਾਣੀ ਦੇ ਵਿੱਚ ਸੈਂਟਰਲ ਆਈਡੀਆ ਦੱਸਿਆ ਜਾਂਦਾ ਤੇ ਆਪ ਜੀ ਕਹਿੰਦੇ ਤੋਹੇ ਚਰਨ ਮਨ ਲਾਗੋ ਸਾਰੰਗ ਧਰ, ਸੋ ਮਿਲੈ ਜੋ ਵਡ ਭਾਗੋ। ਤੇਰੇ ਚਰਨਾਂ ਦੇ ਨਾਲ ਐ ਸਾਰੰਗ ਧਰ ਧਨੁਖ ਧਾਰੀ, ਮੇਰੀ ਪ੍ਰੀਤ ਲੱਗੀ ਹੋਈ ਹੈ। ਪਰ ਜਿਹੜਾ ਤੈਨੂੰ ਮਿਲ ਜਾਂਦਾ ਏ, ਇੱਦਾਂ ਕਹਿ ਲਈਏ ਵੀ ਜਿਸ ਦਾ ਮਿਲਾਪ ਤੇਰੇ ਨਾਲ ਹੋ ਜਾਂਦਾ ਏ, ਉਹ ਵਡਭਾਗੀ। ਜਦੋਂ ਗਿਆਨੀ ਜੀ ਸ਼ਬਦ ਪੜ੍ਹਦੇ ਹਨ ਤੇ ਸੁਣਨ ਵਾਲੇ ਨੂੰ ਇਹ ਮਹਿਸੂਸ ਹੁੰਦਾ ਹੈ ਵੀ ਜਿੱਥੇ ਭਗਤ ਕਬੀਰ ਸਾਹਿਬ ਜੀ ਇੱਥੇ ਕਿਸੇ ਹੋਰ ਦੀ ਉਪਾਸਨਾ ਦੀ ਗੱਲ ਕਰਦੇ ਨੇ, ਕਿਉਂਕਿ ਜਦੋਂ ਸ਼ਬਦ ਕ੍ਰਿਸ਼ਨ ਆ ਜਾਂਦਾ ਸਾਡਾ ਧਿਆਨ ਸਾਰਾ ਕ੍ਰਿਸ਼ਨ ਜੀ ਵੱਲ ਚਲੇ ਜਾਂਦਾ ਹੈ, ਗੋਪੀਆਂ ਵੱਲ ਚਲੇ ਜਾਂਦਾ। ਜਦੋਂ ਗੱਲ ਬ੍ਰਿੰਦਾਬਨ ਦੀ ਆ ਜਾਂਦੀ ਹੈ ਤੇ ਅਸੀਂ ਬ੍ਰਿੰਦਾਬਨ ਦੀ ਸੋਚਣ ਲੱਗ ਪੈਂਦੇ ਹਾਂ ਵੀ ਕਿਤੇ ਭਗਤ ਕਬੀਰ ਸਾਹਿਬ ਜੀ ਉਧਰ ਦੀਆਂ ਗੱਲਾਂ ਕਰਦੇ ਨੇ। ਜਦੋਂ ਵੀ ਕਿਸੇ ਦੀ ਤੁਲਨਾ ਕੀਤੀ ਜਾਣੀ, ਉਸ ਤੁਲਨਾ ਦੇ ਸਮਕਸ਼ ਕੁਝ ਨਾ ਕੁਝ ਰੱਖਿਆ ਜ਼ਰੂਰ ਜਾਣਾ ਹੈ। ਇਹ ਗੱਲ ਯਾਦ ਰੱਖੀਏ ਵੀ ਜਦੋਂ ਗੁਰਬਾਣੀ ਵਿੱਚ ਕਿਸੇ ਦੀ ਕਿਸੇ ਨਾਲ ਤੁਲਨਾ ਕੀਤੀ ਗਈ, ਉੱਥੇ ਇੱਕ ਐਗਜ਼ਾਮਪਲ, ਇੱਕ ਉਦਾਹਰਣ ਜ਼ਰੂਰ ਰੱਖੀ ਗਈ। ਇਹਨੂੰ ਉਪਮਾ ਅਲੰਕਾਰ ਵੀ ਕਹਿੰਦੇ ਨੇ। ਉਪਮਾ ਕਰਨਾ, ਉਪਮਾ ਕਰਦਿਆਂ ਹੋਇਆਂ ਹੁਣ ਕੋਈ ਚੀਜ਼ ਸਾਹਮਣੇ ਆਵੇਗੀ, ਜਿੱਦਾਂ ਅਸੀਂ ਕਿਸੇ ਦੀ ਉਪਮਾ ਕਰਨੀ ਵੀ ਤੂੰ ਤਾਂ ਚੰਨ ਵਰਗਾ, ਚੰਨ ਵਰਗਾ ਤਾਂ ਨਹੀਂ ਪਰ ਇੱਕ ਉਪਮਾ ਕਰਦੇ ਪਏ ਵੀ ਤੇਰਾ ਜੋ ਦਿੱਖ ਹੈ, ਜੋ ਤੇਰਾ ਸੁਭਾਅ ਹੈ, ਜਿੱਦਾਂ ਮੈਨੂੰ ਚੰਨ ਚਮਕਦਾ ਲੱਗਦਾ ਉੱਦਾਂ ਤੂੰ ਵੀ ਚਮਕਦਾ ਹੈ। ਇਹ ਉਪਮਾ ਕਰਨ ਦਾ ਇੱਕ ਤਰੀਕਾ ਹੁੰਦਾ ਹੈ ਵੀ ਤੂੰ ਤਾਂ ਲੱਕੜ ਵਰਗਾ ਕਠੋਰ ਹੈ, ਤੂੰ ਤਾਂ ਪੱਥਰ ਦਿਲ ਹੈ। ਦਿਲ ਪੱਥਰ ਨਹੀਂ ਹੁੰਦਾ, ਲੇਕਿਨ ਉਦਾਹਰਣ ਐਗਜ਼ਾਮਪਲ ਦਿੱਤੀ ਜਾਂਦੀ ਕਠੋਰਤਾ ਦੀ। ਜਦੋਂ ਕਿਸੇ ਨੂੰ ਕਹੀਏ ਵੀ ਤੂੰ ਕੋਮਲ ਹੈ ਤੇ ਉਹਦੇ ਸਾਹਮਣੇ ਫਿਰ ਕੋਮਲਤਾ ਵਾਲੀ ਚੀਜ਼ ਦੀ ਉਦਾਹਰਣ, ਤੇ ਮਹਾਕਵੀ ਸੰਤੋਖ ਸਿੰਘ ਜੀ ਨੇ ਕਈ ਵਾਰ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਉਦਾਹਰਣ ਦਿੱਤੀ ਹੈ ਕਮਲ ਨੈਣ ਦੀ। ਕਮਲ ਵਰਗੇ ਤੇਰੇ ਨੈਣ ਨੇ। ਹੁਣ ਕਮਲ ਦੀਆਂ ਪੱਤੀਆਂ ਕੋਮਲ ਹੁੰਦੀਆਂ ਨੇ, ਇਸ ਕਰਕੇ ਜਦੋਂ ਨੈਣ ਅੱਖਾਂ ਦੀ ਗੱਲ ਕਰਨੀ ਹੈ, ਇੱਕ ਤਾਂ ਉਹਨਾਂ ਪੱਤੀਆਂ ਦੇ ਉੱਪਰ ਪਵਿੱਤਰਤਾ ਹੈ, ਗੰਦਗੀ ਨਹੀਂ ਰਹਿੰਦੀ, ਦੂਸਰਾ ਉਹ ਕੋਮਲਤਾ ਦੇ ਨਾਲ ਭਰਪੂਰ ਹੈ। ਉਦਾਹਰਣ ਸਾਹਮਣੇ ਰੱਖੀ ਹੈ ਕਮਲ ਦੀ। ਇੱਦਾਂ ਹੀ ਇੱਥੇ ਕ੍ਰਿਸ਼ਨ ਜੀ ਦੀ ਉਦਾਹਰਣ ਰੱਖੀ ਤੇ ਕੀ ਉਦਾਹਰਣ ਰੱਖ ਕੇ ਕਹਿੰਦੇ ਨੇ, ਕਹਿੰਦੇ ਆਸ ਪਾਸ ਘਨ, ਘਨ ਕਹਿੰਦੇ ਜੰਗਲ ਨੂੰ, ਤੁਲਸੀ ਕਾ ਬਿਰਵਾ, ਬਿੰਦਰਾਬਨ ਦੇ ਵਿੱਚ ਤੁਲਸੀ ਦੇ ਜੰਗਲ ਕਹੇ ਜਾਂਦੇ ਨੇ, ਕਿਉਂਕਿ ਜਦੋਂ ਨੰਦ ਦੇ ਪੁੱਤਰ ਕ੍ਰਿਸ਼ਨ ਜੀ ਆਪਣੇ ਉਹਨਾਂ ਇਲਾਕਿਆਂ ਦੇ ਵਿੱਚ ਘੁੰਮਦੇ ਸਨ, ਵਿਚਰਦੇ ਸਨ, ਤੇ ਕਹਿੰਦੇ ਘਨਸ਼ਿਆਮ ਬੱਦਲ ਵਰਗਾ ਆਪ ਜੀ ਦਾ ਰੰਗ ਹੈ। ਘਨ ਮਤਲਬ ਕਾਲਾ, ਕਾਲੇ ਰੰਗ ਦਾ ਆਪ ਜੀ ਦਾ ਤਨ ਹੈ। ਪਰ ਆਪ ਜੀ ਦੇ ਤਨ ਦੀ ਸੁੰਦਰਤਾ ਐਸੀ ਹੈ ਵੀ ਜਿਹੜਾ ਵੀ ਕੋਈ ਵੇਖਦਾ ਉਹ ਮੋਹਿਆ ਜਾਂਦਾ ਹੈ। ਮਾਝ ਬਨਾਰਸ ਗਾਉਂ ਰੇ। ਹੁਣ ਇੱਥੇ ਜਿਹੜੀਆਂ ਉਦਾਹਰਣਾਂ ਦੇ ਦੇ ਕੇ ਅੱਗੇ ਸਾਹਮਣੇ ਕ੍ਰਿਸ਼ਨ ਜੀ ਦੀਆਂ, ਕਿਉਂਕਿ ਭਗਤ ਕਬੀਰ ਸਾਹਿਬ ਜੀ ਕਿਹੜੇ ਇਲਾਕੇ ਵਿੱਚੋਂ ਆਏ ਨੇ। ਜਦੋਂ ਗੁਰਬਾਣੀ ਦੇ ਕਿਸੇ ਸ਼ਬਦ ਦੇ ਅਰਥ ਕਰਨੇ ਆ ਨਾ, ਅਸੀਂ ਇਹ ਨਹੀਂ ਵੇਖਣਾ ਵੀ ਸ਼ਬਦ ਗੁਰੂ ਸਾਹਿਬ ਜੀ ਨੇ ਲਿਖੇ ਤੇ ਪੰਜਾਬ ਦੇ ਵਿੱਚੋਂ ਹੀ ਅਰਥ ਹੋਣਗੇ, ਨਹੀਂ। ਸਾਨੂੰ ਇਹ ਵੇਖਣਾ ਪਏਗਾ ਵੀ ਜੋ ਸ਼ਬਦ ਦੀ ਲੈਂਗੁਏਜ ਹੈ ਉਹ ਕਿਹੜੀ ਹੈ, ਤੇ ਜਿੱਥੇ ਸ਼ਬਦ ਉਚਾਰਨ ਕੀਤਾ ਗਿਆ ਉੱਥੋਂ ਦਾ ਮਾਹੌਲ ਕੈਸਾ ਰਿਹਾ ਹੋਏਗਾ। ਹੁਣ ਭਗਤ ਕਬੀਰ ਸਾਹਿਬ ਜੀ ਬਨਾਰਸ ਦੇ ਸਨ। ਸਿੱਧੀ ਜੀ ਗੱਲ ਹੈ, ਬਨਾਰਸ ਜਿਹੜਾ ਉਹ ਸਨਾਤਨ ਮਤੀਆਂ ਦਾ ਗੜ੍ਹ ਹੈ। ਹੁਣ ਜਿਹੜਾ ਬ੍ਰਿੰਦਾਬਨ ਹੈ, ਮਥੁਰਾ ਹੈ, ਆਦਿ ਇਹਨਾਂ ਇਲਾਕਿਆਂ ਦੀ ਜੇ ਅਸੀਂ ਗੱਲ ਕਰੀਏ, ਗਵਾਲੇ ਤੇ ਗਵਾਲਣਾ ਦਾ ਉਸ ਸਮੇਂ ਤੇ ਦੌਰ ਚੱਲਦਾ ਸੀ ਤੇ ਕ੍ਰਿਸ਼ਨ ਜੀ ਨੂੰ ਸਭ ਤੋਂ ਉੱਚਾ ਮੰਨਿਆ ਜਾਂਦਾ। ਹੁਣ ਕ੍ਰਿਸ਼ਨ ਜੀ ਦੇ ਜੀਵਨ ਵੱਲ ਵੀ ਸਾਨੂੰ ਧਿਆਨ ਦੇਣਾ ਪਏਗਾ ਵੀ ਇਹ ਉਦਾਹਰਣ
ਕਾਹਦੇ ਨਾਲ ਜੋੜ ਕੇ ਦਿੱਤੀ ਹੈ? ਇਹ ਦਿੱਤੀ ਹੈ ਗਵਾਲਣਾ ਦੇ ਨਾਲ। ਵੀ ਜਿੱਦਾਂ ਤੁਸੀਂ ਗਾਵਾਂ ਚਾਰਨ ਵਾਸਤੇ, ਮੱਝਾਂ ਚਾਰਨ ਵਾਸਤੇ ਜਾਂਦੇ ਹੋ, ਕ੍ਰਿਸ਼ਨ ਜੀ ਤੁਹਾਡੀ ਖਿੱਚ ਐਸੀ ਹੈ ਵੀ ਜਿਹੜੀਆਂ ਗਵਾਲਣਾ ਨੇ ਉਹ ਤੁਹਾਡੇ ਨਾਲ ਪ੍ਰੇਮ ਕਰ ਬੈਠਦੀਆਂ ਨੇ, ਉਹਨਾਂ ਦਾ ਤੁਹਾਡੇ ਨਾਲ ਜੋੜ ਮਿਲ ਜਾਂਦਾ ਹੈ। ਮੇਰੇ ਵਾਸਤੇ ਸਤਿਗੁਰੂ ਤੂੰ ਹੀ ਕ੍ਰਿਸ਼ਨ ਹੈ। ਇਹ ਗੱਲ ਯਾਦ ਰੱਖੀਏ। ਗੁਰੂ ਸਾਹਿਬ ਜੀ ਮਹਾਰਾਜ ਜੀ ਨੂੰ ਕ੍ਰਿਸ਼ਨ ਨਹੀਂ ਕਹਿ ਰਹੇ, ਗੁਰੂ ਸਾਹਿਬ ਜੀ ਦੀ ਤੁਲਨਾ ਕਰਦੇ ਪਏ ਨੇ, ਪਰਮੇਸ਼ਵਰ ਦੀ ਤੁਲਨਾ ਕਰਦੇ ਪਏ ਕਿਹਦੇ ਨਾਲ? ਕ੍ਰਿਸ਼ਨ ਨਾਲ। ਇਹ ਸੱਚੇ ਪਾਤਸ਼ਾਹ ਜਿੱਦਾਂ ਗਵਾਲਣਾ ਦਾ ਮਨ ਕ੍ਰਿਸ਼ਨ ਦੇ ਨਾਲ ਪਸੀਜਿਆ ਗਿਆ, ਮੈਂ ਤਾਂ ਤੈਨੂੰ ਹੀ ਆਪਣਾ ਕ੍ਰਿਸ਼ਨ ਮੰਨਦਾ ਹਾਂ, ਮੈਂ ਤਾਂ ਤੇਰੀ ਗਵਾਲਣਾ ਹਾਂ। ਉਦਾਹਰਣ ਦਿੱਤੀ ਹੈ, ਜੋੜ ਨਹੀਂ। ਇੱਦਾਂ ਬਹੁਤੀ ਵਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਭੱਟ ਸਾਹਿਬਾਨ ਦੇ ਜੋ ਸ਼ਬਦ ਉਚਾਰਨ ਕੀਤੇ, ਜੋ ਸਵਈਏ ਉਚਾਰਨ ਕੀਤੇ ਨੇ, ਉਹਦੇ ਅੰਦਰ ਵੀ ਬਹੁਤੀ ਵਾਰ ਗੁਰੂ ਸਾਹਿਬ ਜੀ ਮਹਾਰਾਜ ਜੀ ਨੂੰ ਤੂੰ ਤਾਂ ਜਨਕ ਰਾਜਾ ਅਵਤਾਰ, ਤੂੰ ਤਾਂ ਜਨਕ ਦਾ ਅਵਤਾਰ ਹੈ। ਜਾਂ ਸਤਿਗੁਰੂ ਜੀ ਮਹਾਰਾਜ ਜੀ ਦੀ ਤੁਲਨਾ ਕ੍ਰਿਸ਼ਨ ਦੇ ਨਾਲ, ਰਾਮ ਦੇ ਨਾਲ। ਸੋ ਇਹ ਜਿਹੜੀ ਤੁਲਨਾ ਜਿਹੜੀ ਕੀਤੀ ਜਾਂਦੀ ਹੈ ਨਾ, ਇਹਦਾ ਅਰਥ ਇਹ ਨਹੀਂ ਹੁੰਦਾ ਵੀ ਗੁਰੂ ਸਾਹਿਬ ਜੀ ਉਹਦੇ ਅਵਤਾਰ ਨੇ ਜਾਂ ਗੁਰੂ ਸਾਹਿਬ ਜੀ ਮਹਾਰਾਜ ਜੀ ਨੂੰ ਕ੍ਰਿਸ਼ਨ ਆਖਿਆ, ਰਾਮ ਆਖਿਆ। ਨਹੀਂ ਭਾਈ, ਉਦਾਹਰਣ ਦੇਣ ਵਾਸਤੇ ਬਰਾਬਰਤਾ ਚਾਹੀਦੀ ਹੈ। ਤੇ ਉਦਾਹਰਣ ਦੇਣ ਵਾਲਾ ਜਦੋਂ ਬਰਾਬਰਤਾ ਦੀ ਖੋਜ ਕਰਦਾ ਨਾ, ਉਹ ਸਭ ਤੋਂ ਵੱਡੇ ਦੀ ਖੋਜ ਕਰਦਾ ਹੈ। ਇਹ ਸਮੇਂ ਦੀ ਵਿਚਾਰ ਹੈ ਵੀ ਜਦੋਂ ਭੱਟ ਸਾਹਿਬਾਨ ਨੇ ਬਾਣੀ ਉਚਾਰਨ ਕੀਤੀ ਹੈ, ਉਹਨਾਂ ਦੇ ਸਾਹਮਣੇ ਹਿੰਦੂ ਮਤ ਦੀਆਂ ਉਦਾਹਰਨਾਂ ਸੀ, ਸਭ ਤੋਂ ਵੱਡੀ ਉਦਾਹਰਣ ਉਹਨਾਂ ਸਾਹਮਣੇ ਰੱਖ ਦਿੱਤੀ ਵੀ ਜਿਵੇਂ ਦੁਨੀਆ ਰਾਮ ਨੂੰ ਪੂਜਦੀ ਹੈ, ਮੇਰੇ ਵਾਸਤੇ ਤੂੰ ਹੀ ਰਾਮ ਹੈ। ਦੁਨੀਆ ਕ੍ਰਿਸ਼ਨ ਨੂੰ ਪੂਜਦੀ, ਮੇਰੇ ਵਾਸਤੇ ਤੂੰ ਹੀ ਕ੍ਰਿਸ਼ਨ ਹੈ, ਮੈਂ ਤੇਰੇ ਨਾਲ ਹੀ ਪ੍ਰੇਮ ਕੀਤਾ। ਇਹਦਾ ਅਰਥ ਇਹ ਨਹੀਂ ਹੁੰਦਾ ਵੀ ਗੁਰੂ ਸਾਹਿਬ ਜੀ ਮਹਾਰਾਜ ਵੀ ਉਸੇ ਫਿਲਾਸਫੀ ਦੇ ਵਿੱਚ ਹੀ ਮਿਲਗੋਭਾ ਹੋ ਜਾਣਗੇ। ਨਹੀਂ, ਅਵਤਾਰਵਾਦ ਦੀ ਗੱਲ ਗੁਰਬਾਣੀ ਦੇ ਅੰਦਰ ਕੀਤੀ ਜ਼ਰੂਰ ਗਈ ਹੈ, ਪਰ ਉਦਾਹਰਨਾਂ ਵਾਸਤੇ, ਨਾ ਕਿ ਉਹਨਾਂ ਨੂੰ ਮੰਨਣ ਵਾਸਤੇ। ਸਤਿਗੁਰੂ ਜੀ ਮਹਾਰਾਜ ਕਹਿੰਦੇ ਪੂਜੋ ਰਾਮ ਏਕ ਹੀ ਦੇਵਾ। ਇੱਕ ਪਰਮੇਸ਼ਰ ਦੀ ਗੱਲ ਕਰੋ ਭਾਈ, ਇੱਕ ਪਰਮਾਤਮਾ ਦੀ ਗੱਲ ਕਰੋ। ਸਭੈ ਘਟ ਰਾਮ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਸਾਰੀਆਂ ਥਾਵਾਂ ਤੇ ਰਾਮ ਹੈ, ਕੋਈ ਇੱਕ ਨਹੀਂ। ਹਾਂ, ਦਸ਼ਰਥ ਦਾ ਪੁੱਤਰ ਰਾਮ ਜ਼ਰੂਰ ਸੀ, ਪਰ ਉਹਦਾ ਨਾਮ ਵੀ ਪਰਮੇਸ਼ਰ ਦੇ ਨਾਮ ਤੇ ਰੱਖਿਆ ਗਿਆ, ਕਿਉਂਕਿ ਉਹ ਤ੍ਰੇਤੇ ਵਿੱਚ ਆਇਆ ਹੈ। ਤੇ ਤ੍ਰੇਤੇ ਤੋਂ ਪਹਿਲਾਂ ਜਿਹੜੇ 2 ਯੁੱਗ ਨੇ, ਉਹਨਾਂ ਵਿੱਚ ਵੀ ਤਾਂ ਕੋਈ ਰਾਮ ਦੀ ਗੱਲ ਕਰਦਾ ਹੀ ਹੋਏਗਾ। ਅਸੀਂ ਬੜੀ ਛੇਤੀ ਕਨਫਿਊਜ਼ ਹੋ ਜਾਂਦੇ ਹਾਂ। ਰਾਮ ਜੀ ਤੋਂ ਪਹਿਲਾਂ ਪ੍ਰਹਿਲਾਦ ਆਇਆ, ਤੇ ਪ੍ਰਹਿਲਾਦ ਭਗਤ ਨੇ ਹਰੀ ਰਾਮ ਦੀ ਗੱਲ ਕੀਤੀ, ਫਿਰ ਉਹਨੇ ਕਿਹੜੇ ਰਾਮ ਦੀ ਗੱਲ ਕਰਤੀ? ਕਿੰਨੇ ਯੁੱਗਾਂ ਪਹਿਲੋਂ ਆ ਗਏ ਨੇ। ਇਹਦਾ ਅਰਥ ਇਹ ਹੈ ਵੀ ਜਦੋਂ ਸੰਸਾਰ ਬਣਿਆ, ਜਦੋਂ ਇਹ ਧਰਤੀ ਬਣੀ ਹੈ, ਮਨੁੱਖ ਦੀ ਮੱਤ ਵਿਕਸਿਤ ਹੋਈ, ਵੱਖਰੇ ਵੱਖਰੇ ਦੇਸ਼ਾਂ ਦੇ ਵਿੱਚ ਵੱਖਰੀਆਂ ਵੱਖਰੀਆਂ ਸੱਭਿਅਤਾਵਾਂ ਆਈਆਂ ਨੇ। ਇਹਨਾਂ ਸੱਭਿਅਤਾਵਾਂ ਦੇ ਲੋਕਾਂ ਨੇ ਆਪੋ ਆਪਣੀ ਮਨੌਤ ਦੇ ਮੁਤਾਬਕ ਰੱਬ ਦੇ ਕਈ ਰੂਪ ਬਣਾ ਲਏ ਨੇ। ਫਿਰ ਹੌਲੀ ਹੌਲੀ ਆਪਣੇ ਰਾਜਿਆਂ ਦੀਆਂ ਵੰਸ਼ਾਂ ਨਾਲ ਜੋੜਿਆ, ਤੇ ਧੀਰੇ ਧੀਰੇ ਇਹਨਾਂ ਦੀ ਗਿਣਤੀ ਕਈ ਕਰੋੜਾਂ ਵਿੱਚ, ਅੱਜ ਦੇ ਸਮੇਂ ਕਈ ਕਰੋੜਾਂ ਵਿੱਚ ਗਿਣਤੀ ਹੈ। ਜੇਕਰ ਸੌਖੇ ਤਰੀਕੇ ਨਾਲ ਸਮਝਿਆ ਜਾਏ ਤੇ ਇੱਕ ਉਹ ਸਨ ਜਿਹੜੇ ਇੱਕ ਪਰਮੇਸ਼ਰ ਦੀ ਗੱਲ ਕਰਦੇ ਸਨ, ਇੱਕ ਉਹ ਸਨ ਜਿਹੜੇ ਬਹੁ ਪਰਮੇਸ਼ਰ ਦੀ ਗੱਲ ਕਰਦੇ ਸਨ, ਤੇ ਇੱਕ ਉਹ ਸਨ ਜਿਹੜੇ ਕਹਿੰਦੇ ਅਸੀਂ ਕਿਸੇ ਨੂੰ ਨਹੀਂ ਮੰਨਦੇ। ਸਤਿਗੁਰੂ ਜੀ ਮਹਾਰਾਜ ਜੀ ਨੇ ਇਸ ਵਿਸ਼ੇ ਨੂੰ ਛੋਹਿਆ ਜ਼ਰੂਰ ਹੈ, ਤੇ ਇਹ ਜੰਗ ਹੁਣ ਦੀ ਨਹੀਂ, ਇਹ ਜੰਗ ਬੜੀ ਪੁਰਾਣੀ ਹੈ। ਜਿਹੜੇ ਬਹੁ ਪਰਮੇਸ਼ਰ, ਜਿਹੜੇ ਅਵਤਾਰਵਾਦ ਨੂੰ ਮੰਨਦੇ ਸਨ, ਉਹਨਾਂ ਦੀ ਇੱਕ ਪਰਮੇਸ਼ਰ ਨੂੰ ਮੰਨਣ ਵਾਲਿਆਂ ਦੇ ਨਾਲ ਨਹੀਂ ਬੜੀ, ਕਿਉਂਕਿ ਉਹਨਾਂ ਨੇ ਆਪਣਾ ਪਸਾਰਾ ਬਹੁਤ ਪਸਾਰਿਆ ਹੋਇਆ, ਮੂਰਤੀ ਪੂਜਾ ਤੇ ਹੋਰ ਬਹੁਤ ਕੁਝ ਉਹਨਾਂ ਦੀਆਂ ਮਨੌਤਾਂ, ਉਹਨਾਂ ਦੀਆਂ ਮਰਿਆਦਾਵਾਂ ਬਣੀਆਂ ਨੇ। ਇੱਕ ਰੱਬ ਨੂੰ ਮੰਨਣ ਵਾਲੇ ਕਹਿੰਦੇ ਜਿੱਥੇ ਵੇਖੋ ਉੱਥੇ ਖੁਦਾ, ਜਿੱਥੇ ਵੇਖੋ ਉੱਥੇ ਹੀ ਪਰਮੇਸ਼ਰ ਹੈ। ਜਿਤਨੇ ਭਗਤ ਸਾਹਿਬਾਨ ਨੇ, ਉਹਨਾਂ ਦੇ ਨਾਲ ਬ੍ਰਾਹਮਣ ਦੀ ਕਦੀ ਨਹੀਂ ਪਟੀ। ਕਾਰਨ, ਕਿਉਂਕਿ ਬ੍ਰਾਹਮਣ ਬਹੁਤਾਂ ਨੂੰ ਮੰਨਦਾ, ਬਹੁਤਾਤ ਪੂਜਾ ਦੇ ਵੱਲ ਲੈ ਕੇ ਜਾਂਦਾ ਹੈ, ਤੇ ਭਗਤ ਸਾਹਿਬਾਨ ਇੱਕ ਦੀ ਗੱਲ ਕਰਦੇ ਨੇ। ਆਪਸ ਵਿੱਚ ਵਿਚਾਰਧਾਰਕ ਕਟਾਕਸ਼ ਚੱਲਦਾ ਹੈ।
ਇਸੇ ਪ੍ਰਕਾਰ ਸਮੇਂ ਦੇ ਅੰਦਰ ਕਈ ਭਗਤ ਸਹਿਬਾਨ ਹੋਏ ਨੇ, ਕਈ ਇਹੋ ਜਿਹੇ ਮਹਾਂਪੁਰਸ਼ ਹੋਏ ਨੇ ਜਿਨ੍ਹਾਂ ਦੀ ਇਹਨਾਂ ਲੋਕਾਂ ਦੇ ਨਾਲ ਨਹੀਂ ਬਣੀ, ਕਿਉਂਕਿ ਉਹ ਲੋਕ ਪਖੰਡ ਵੱਲ ਲੈ ਕੇ ਜਾਂਦੇ ਸਨ, ਅੰਧ ਵਿਸ਼ਵਾਸ ਵੱਲ ਲੈ ਕੇ ਜਾਂਦੇ ਸਨ। ਤੇ ਜਿਹੜੇ ਇੱਕ ਪਰਮੇਸ਼ਰ ਦੀ ਗੱਲ ਕਰਦੇ ਨੇ ਉਹ ਕਹਿੰਦੇ ਵੀ ਪਰਮੇਸ਼ਰ ਕਿੱਥੇ ਨਹੀਂ ਹੈ। ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਗਏ ਬਗਦਾਦ ਦੀ ਧਰਤੀ ਵੱਲ, ਅਗਾਂਹ ਕਾਬੇ ਗਏ, ਮੱਕੇ ਗਏ, ਤੇ ਗੁਰੂ ਸਾਹਿਬ ਜੀ ਦੇ ਕਾਬੇ ਵੱਲ ਪੈਰ ਕਰਕੇ ਸੌਣ ਦਾ ਅਰਥ ਵੀ ਤਾਂ ਇਹੋ ਹੀ ਸੀ ਨਾ, ਵੀ ਇਹ ਸਮਝਾਉਣਾ ਵੀ ਦੱਸੋ ਰੱਬ ਕਿੱਥੇ ਨਹੀਂ। ਤੁਸੀਂ ਮੰਨਦੇ, ਤੁਸੀਂ ਭੁਲੇਖੇ ਵਿੱਚ ਤੁਰੇ ਫਿਰਦੇ ਹੋ ਵੀ ਰੱਬ ਇੱਥੇ ਹੀ ਰਹਿੰਦਾ ਹੈ। ਮਹਾਰਾਜ ਕਹਿੰਦੇ ਫਿਰ ਉੱਥੇ ਪੈਰ ਕਰ ਦਿਓ ਜਿੱਥੇ ਰੱਬ ਨਹੀਂ ਰਹਿੰਦਾ, ਜਿੱਥੇ ਖੁਦਾ ਹੀ ਨਹੀਂ ਹੈ। ਲੋਕਾਂ ਨੂੰ ਸਮਝ ਆਇਆ ਨਾ ਵੀ ਗੱਲ ਤਾਂ ਵਾਕਈ ਠੀਕ ਹੈ, ਜਦੋਂ ਸਾਰੀ ਕੁਦਰਤ ਪਰਮੇਸ਼ਰ ਨੇ ਸਾਜੀ ਹੈ, ਉਹ ਕਿੱਥੇ ਨਹੀਂ ਰਹਿੰਦਾ। ਤੇ ਗੁਰਬਾਣੀ ਅੰਦਰ ਕਿੰਨੀ ਵਾਰ ਮਹਾਰਾਜ ਇਹ ਗੱਲ ਨੂੰ ਦ੍ਰਿੜ ਕਰਵਾਉਂਦੇ ਨੇ, ਆਪੀ ਨੈ ਆਪ ਸਾਜਿਓ, ਆਪੀ ਨੈ ਰਚਿਓ ਨਾਉ, ਦੋਈ ਕੁਦਰਤ ਸਾਜੀਏ ਕਰ ਆਸਣ ਡਿਠੋ ਚਾਓ। ਦਾਤਾ ਕਰਤਾ ਆਪ ਤੂੰ, ਉਸ ਦੇਵੈ ਕਰੇ ਪੁਸਾਓ, ਤੂੰ ਜਾਣੋਈ ਸਭ ਸਹਿ ਦੇ ਲੈਸੈ ਜਿੰਦ ਕਵਾਓ। ਮਾਰਨ ਵਾਲਾ ਵੀ ਤੂੰ ਹੈ, ਜਿੰਦ ਦੇਣ ਵਾਲਾ ਵੀ ਤੂੰ ਹੈ, ਕੋਈ ਹੋਰ ਨਹੀਂ। ਇੱਦਾਂ ਨਹੀਂ ਵੀ ਮਾਰਨ ਵਾਲਾ ਡਿਪਾਰਟਮੈਂਟ ਕਿਸੇ ਹੋਰ ਦੇਵਤਾ ਨੂੰ ਦਿੱਤਾ ਹੋਵੇ ਤੇ ਜ਼ਿੰਦਗੀ ਦੇਣ ਵਾਲਾ ਡਿਪਾਰਟਮੈਂਟ ਕਿਸੇ ਹੋਰ ਨੂੰ। ਇਹ ਹਕੀਕਤ ਹੈ ਸੰਸਾਰ ਦੀ, ਭਾਰਤ ਦੀ। ਇੱਥੇ ਜਨਮ ਦੇਣ ਵਾਲਾ ਬ੍ਰਹਮਾ ਤੇ ਮਾਰਨ ਵਾਲਾ ਸ਼ਿਵ ਹੈ, ਰਿਜ਼ਕ ਦੇਣ ਵਾਲਾ ਵਿਸ਼ਨੂੰ। ਮਹਾਰਾਜ ਕਹਿੰਦੇ ਨਹੀਂ, ਮੈਂ ਇੱਕ ਦੀ ਗੱਲ ਕਰਾਂਗਾ, ਮੈਂ ਇੱਕ ਓਂਕਾਰ ਦੀ ਗੱਲ ਕਰਾਂਗਾ। ਜਿਵਾਉਣ ਵਾਲਾ, ਰਿਜ਼ਕ ਦੇਣ ਵਾਲਾ ਤੇ ਮਾਰਨ ਵਾਲਾ ਇੱਕੋ ਹੀ ਹੈ, ਵੱਖਰਾ ਨਹੀਂ। ਤੇ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਇੱਟੇ ਵੱਟੇ ਪੱਥਰ ਵੀ ਚੱਲੇ, ਬਹੁਤ ਕੁਝ ਹੋਇਆ। ਭਗਤ ਕਬੀਰ ਸਾਹਿਬ ਜੀ ਨੂੰ ਵੀ ਬਹੁਤ ਪ੍ਰਤਾੜਨਾ ਕੀਤੀ, ਲੇਕਿਨ ਭਗਤ ਕਬੀਰ ਸਾਹਿਬ ਜੀ ਉਦਾਹਰਨਾਂ ਦੇ ਕੇ ਸਾਨੂੰ ਸਮਝਾ ਰਹੇ ਨੇ ਵੀ ਗੋਪੀਆਂ ਵਾਸਤੇ ਤਾਂ ਕ੍ਰਿਸ਼ਨ ਵੱਡਾ ਹੋਏਗਾ, ਮੇਰੇ ਵਾਸਤੇ ਤੂੰ ਉੱਚਾ ਹੈ, ਮੇਰੇ ਵਾਸਤੇ ਤੂੰ ਵੱਡਾ ਹੈ। ਉਹਾਂ ਕਾ ਸਰੂਪ ਦੇਖ ਮੋਹੀ ਗਵਾਰਨ, ਮੋਹ ਕੋ ਛੋੜ ਨਾ ਆਊ ਨਾ ਜਾਹੂ ਰੇ। ਉਹਦਾ ਸਰੂਪ ਵੇਖ ਕੇ ਗਵਾਲਣਾ ਮੋਹ ਸਕਦੀਆਂ ਮੈਂ ਨਹੀਂ, ਮੈਂ ਤਾਂ ਤੇਰੇ ਨਾਲ ਮੋਹਿਆ ਹੋਇਆ ਹਾਂ, ਮੇਰੀ ਤੇਰੇ ਨਾਲ ਲਿਵ ਲੱਗੀ, ਤੇਰੇ ਨਾਲ ਪ੍ਰੀਤ ਲੱਗੀ। ਤੇ ਹੁਣ ਅੱਗੇ ਕਹਿੰਦੇ ਹਨ, ਤੋਹੇ ਚਰਨ ਮਨ ਲਾਗੋ ਸਾਰੰਗ ਧਰ, ਐ ਸਾਰੰਗ ਧਰ ਧਨੁਖ ਧਾਰੀ। ਤੇਰੇ ਚਰਨਾਂ ਦੇ ਨਾਲ ਮੇਰੀ ਪ੍ਰੀਤ ਹੈ, ਸਗਲ ਦੁਆਰ ਕੋ ਛੱਡ ਕੇ ਗਇਓ ਤੁਹਾਰੋ ਦੁਆਰ, ਮਾਹੇ ਗਹੇ ਕੀ ਲਾਜ ਯਸ ਗੋਬਿੰਦ ਦਾਸ ਤੁਹਾਰ। ਮੈਂ ਸਾਰੇ ਦਵਾਰ ਛੱਡ ਕੇ ਤੇਰੇ ਦਵਾਰ ਤੇ ਗਿਆ, ਮੇਰੀ ਪ੍ਰੀਤ ਤੇਰੇ ਚਰਨਾਂ ਕਮਲਾਂ ਨਾਲ। ਗੁਰਬਾਣੀ ਦੇ ਇਸ ਵਿਚਾਰ ਨੂੰ ਸਾਨੂੰ ਸਮਝਣਾ ਪਏਗਾ। ਪ੍ਰੀਤ ਇੱਕ ਸਿਉਂ ਕੀਏ, ਆਨ ਦੁਬਦਾ ਜਾਏ। ਇੱਕ ਨਾਲ ਪ੍ਰੀਤ ਰੱਖਣੀ ਪਏਗੀ, ਦੂਜਿਆਂ ਦੀ ਦੁਬਦਾ ਨੂੰ ਛੱਡਣਾ ਪਏਗਾ। ਤੇ ਜੇ ਅਸੀਂ ਫਸੇ ਹੋਏ ਹਾਂ ਵੀ ਨਹੀਂ ਮੰਗਲਵਾਰ ਨੂੰ ਹਨੂੰਮਾਨ ਜੀ ਦੇ ਜਾਣਾ ਤੇ ਬੁੱਧਵਾਰ ਨੂੰ ਫਲਾਣੇ ਪੀਰ ਤੇ ਜਾਣਾ, ਵੀਰਵਾਰ ਨੂੰ ਚਾਦਰ ਚੜਾਉਣੀ, ਚਲੋ ਐਤਵਾਰ ਬਚਿਆ ਗੁਰੂ ਘਰ ਆ ਜਾਈ, ਇੱਦਾਂ ਨਹੀਂ। ਪਿਆਰ ਇੱਕ ਨਾਲ ਹੁੰਦਾ ਹੈ, ਤੇ ਜਿਹਦਾ ਇੱਕ ਨਾਲ ਪਿਆਰ ਪੈ ਜੇ ਫਿਰ ਉਹਨੂੰ ਹੋਰਾਂ ਦੀ ਝਾਕ ਛੱਡਣੀ ਪੈਂਦੀ। ਜਿੰਨਾ ਨਾਉ ਸੁਹਾਗਣੀ ਤਿੰਨਾ ਝਾਕ ਨਾ ਹੋਰ। ਤੇ ਗੁਰੂ ਸਾਹਿਬ ਵੀ ਤਾਂ ਕਰ ਸਕਦੇ ਸੀ ਨਾ ਗੱਲਾਂ ਵੀ ਚਲੋ ਸਿੱਖੋ ਅੱਜ ਮੰਗਲਵਾਰ ਹੈ, ਵਰਤ ਰੱਖੋ, ਫਲਾਣੇ ਦੇਵਤਾ ਨੂੰ ਖੁਸ਼ ਕਰੀਏ। ਮਹਾਰਾਜ ਕਹਿੰਦੇ ਦੇਵਤਾ ਤਾਂ ਬੜੀ ਛੋਟੀ ਗੱਲ ਹੈ, ਆਓ ਤੁਹਾਨੂੰ ਹੀ ਦੇਵਤਾ ਬਣਾ ਦਿਆਂ। ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਤੁਹਾਡਾ ਜੀਵਨ ਦੇਵਤਿਆਂ ਸਮਾਨ ਹੋ ਜਾਏਗਾ ਜੇ ਤੁਸੀਂ ਪ੍ਰਭੂ ਨੂੰ ਆਪਣੇ ਹਿਰਦੇ ਅੰਦਰ ਵਸਾ ਲਓ। ਇਹ ਗੱਲ ਕਦੀ ਸੋਚਣ ਦਾ ਯਤਨ ਕੀਤਾ ਵੀ ਜਿਹੜਾ ਰਿਸ਼ੀ ਮੁਨੀ ਰੱਬ ਦੀ ਉਪਾਸਨਾ ਕਰਦਾ ਸੀ, ਇਹ ਦੇਵਤੇ ਉਹਨੂੰ ਡਲਾਉਣ ਵਾਸਤੇ ਆ ਜਾਂਦੇ ਸਨ, ਅਪਸਰਾਵਾਂ ਭੇਜ ਦਿੰਦੇ ਸਨ ਵੀ ਕਿਤੇ ਇਹਦੀ ਭਗਤੀ ਪੂਰੀ ਨਾ ਹੋ ਜਾਏ ਤਾਂ ਸਾਡੇ ਤੋਂ ਤਾਕਤਵਰ ਬਣ ਜਾਏਗਾ। ਇਹ ਗੱਲ ਯਾਦ ਰੱਖੀਏ ਵੀ ਇਹ ਦੇਵਤੇ ਵੀ ਭਗਤਾਂ ਤੋਂ ਡਰਦੇ ਨੇ। ਇਹਨਾਂ ਨੂੰ ਡਰ ਹੈ ਕਿ ਜੇ ਭਗਤ ਪੂਰਾ ਹੋ ਗਿਆ ਤੇ ਸਾਡੇ ਤੋਂ ਮਹਾਨਤਾ ਪ੍ਰਾਪਤ ਕਰ ਜਾਏਗਾ, ਸਾਡੇ ਤੋਂ ਉੱਚਾ ਜੀਵਨ ਭਗਤ ਦਾ ਹੈ।
ਭਗਤ ਦੇ ਚਰਨਾਂ ਵਿੱਚ ਕਿੰਨੇ ਦੇਵ ਆ ਕੇ ਬੈਠੇ ਹੋਣਗੇ। ਪਰ ਸਤਿਗੁਰੂ ਜੀ ਮਹਾਰਾਜ ਕਹਿੰਦੇ ਇਹ ਸੰਸਾਰ ਜਿਹੜਾ ਇਹਨਾਂ ਦੇਵੀ ਦੇਵਤਿਆਂ ਦੇ ਚੱਕਰਾਂ ਵਿੱਚ ਉਲਝਿਆ। ਜਦੋਂ ਭਾਈ ਲਹਿਣਾ ਜੀ ਦੇਵੀ ਦੀ ਉਪਾਸਕ ਸਨ, ਭਗਤ ਸਨ, ਗੁਰੂ ਨਾਨਕ ਦੇ ਨਾਲ ਪ੍ਰੀਤ ਬਣੀ। ਇਤਿਹਾਸ ਫਰੋਲ ਕੇ ਵੇਖੋ ਕਿ ਗੁਰੂ ਨਾਨਕ ਪਾਤਸ਼ਾਹ ਨਾਲ ਪ੍ਰੀਤ ਪਾਉਣ ਤੋਂ, ਪ੍ਰੇਮ ਪਾਉਣ ਤੋਂ ਬਾਅਦ ਫਿਰ ਦੇਵੀ ਦੀ ਉਪਾਸਨਾ ਕੀਤੀ। ਗੁਰੂ ਅਮਰਦਾਸ ਸਾਹਿਬ ਜੀ ਇਸ ਗੱਲ ਤੋਂ ਕੋਈ ਮੁਨਕਰ ਨਹੀਂ ਵੀ ਤੀਰਥਾਂ ਤੇ ਜਾਂਦੇ ਸਨ। ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਹਰਿਦੁਆਰ ਆਦਿ ਤੀਰਥਾਂ ਤੇ ਜਾਂਦੇ ਸਨ, ਪਰ ਕਦੋਂ? ਜਦੋਂ ਤੱਕ ਪ੍ਰੀਤ ਗੋਬਿੰਦ ਨਾਲ, ਜਦੋਂ ਤੱਕ ਪ੍ਰੀਤ ਨਾਨਕ ਦੇ ਚਰਨਾਂ ਨਾਲ ਨਹੀਂ ਲੱਗੀ। ਜਿਸ ਦਿਨ ਲੱਗ ਗਈ ਉਸ ਦਿਨ ਮਹਾਰਾਜ ਕਹਿੰਦੇ ਬਚਾ ਲਿਆ ਸਤਿਗੁਰੂ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ। ਉਸ ਦਿਨ ਆਖਿਆ ਸਤਿਗੁਰੂ ਤੇਰੇ ਚਰਨਾਂ ਦੇ ਨਾਲ ਜੁੜਿਆ ਇਹ ਸਮਝ ਆਈ ਹੈ, ਇੱਕ ਹੈ ਪਾਥਰ ਕੀਜੈ ਭਾਓ, ਦੂਜੇ ਪਾਥਰ ਧਰੀਐ ਪਾਓ, ਜੇ ਇਹ ਦਿਓ ਤਾਂ ਉਹ ਵੀ ਦੇਵਾ। ਤੇਰੇ ਚਰਨਾਂ ਨਾਲ ਜੁੜਿਆ ਸਮਝ ਆਈ ਹੈ ਵੀ ਇੱਕ ਪੱਥਰ, ਉਹਦੇ ਵਿੱਚੋਂ ਇੱਕ ਸਿੱਲੀ ਬਣਾ ਦਿੱਤੀ ਜਾਵੇ। ਆ ਸੰਗੇ ਮਰਮਰ ਹੈ, ਕਿੰਨੀਆਂ ਮੂਰਤੀਆਂ ਸੰਗੇ ਮਰਮਰ ਦੇ ਵਿੱਚੋਂ ਬਣਦੀਆਂ, ਪਰ ਇਹ ਜ਼ਮੀਨ ਤੇ ਵੀ ਲੱਗਦਾ। ਜਿਸ ਦੀ ਮੂਰਤ ਬਣ ਗਈ ਉਸ ਨੂੰ ਮੱਥਾ ਟੇਕਦੇ ਆ ਤੇ ਜ਼ਮੀਨ ਵਾਲੇ ਤੇ ਪੈਰ ਰੱਖਦੇ ਆ। ਮਹਾਰਾਜ ਕਹਿੰਦੇ ਜੇ ਉਹ ਦੇਵਤਾ ਹੈ ਤੇ ਇਹ ਦੇਵਤਾ ਨਹੀਂ। ਪਖਾਨ ਕੱਢ ਕੇ ਮੂਰਤ ਕੀਨੀ ਦੇ ਕੇ ਛਾਤੀ ਪਾਓ, ਜੇ ਇਹ ਮੂਰਤ ਸਾਚੀ ਹੈ ਤਾਂ ਘੜਨ ਹਾਰੇ ਖਾਓ। ਤੇ ਸਤਿਗੁਰੂ ਜੀ ਮਹਾਰਾਜ ਕਹਿੰਦੇ ਲੋਕ ਅੰਧ ਵਿਸ਼ਵਾਸਾਂ ਵਿੱਚ ਫਸੇ ਨੇ ਭਾਈ। ਇਸ ਗੱਲ ਤੋਂ ਕੋਈ ਵੀ ਮੁਨਕਰ ਨਹੀਂ ਵੀ ਪੱਥਰਾਂ ਵਿੱਚ ਰੱਬ ਨਹੀਂ ਵਸਦਾ, ਪੱਥਰਾਂ ਵਿੱਚ ਵੀ ਰੱਬ ਵਸਦਾ ਹੈ। ਪਰ ਮਹਾਰਾਜ ਕਹਿੰਦੇ ਪੱਥਰਾਂ ਵਿੱਚ ਹੀ ਨਾ ਲੱਭ, ਬੰਦਿਆਂ ਵਿੱਚ ਵੀ ਵਸਦਾ ਹੈ। ਦੇਵੀ ਦੀ ਪੂਜਾ ਕੀਤੀ ਜਾਂਦੀ ਹੈ ਤੇ ਇੱਥੇ ਦੇਵੀ ਦਾ ਰੇਪ ਹੋ ਰਿਹਾ। ਕਿੰਨੇ ਰੇਪ ਕੇਸਿਸ ਨੇ ਭਾਰਤ ਵਿੱਚ, ਤੇ ਉਹ ਲੋਕ ਕਿਤੇ ਦੇਵੀ ਦੀ ਪੂਜਾ ਉਹ ਵੀ ਵਰਤ ਰੱਖਦੇ ਹੋਣਗੇ। ਮਹਾਰਾਜ ਕਹਿੰਦੇ ਅਸਲ ਦੇਵੀ ਦੀ ਪੂਜਾ ਕਰ, ਪੱਥਰਾਂ ਦੀ ਪੂਜਾ ਛੱਡ, ਬੰਦਿਆਂ ਦੀ ਪੂਜਾ ਕਰ ਭਾਈ। ਇਹਨਾਂ ਲੋਕਾਂ ਦਾ ਖਿਆਲ ਰੱਖ। ਪੱਥਰ ਨੂੰ ਤਾਂ ਸਿਰ ਝੁਕਾਉਣਾ ਹੈ ਤੇ ਦੂਜਿਆਂ ਨੂੰ ਘਰੋਂ ਕੱਢਦਾ ਹੈ। ਇਹ ਪੂਜਾ ਪ੍ਰਵਾਨ ਨਹੀਂ। ਸਭੈ ਘਟ ਸਭ ਮੈਂ ਜੋਤ, ਜੋਤ ਹੈ ਸੋਈ ਤਿਸ ਦਾ ਚਾਨਣ, ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ। ਗੁਰੂ ਦੀ ਸਾਖੀ, ਗੁਰੂ ਦੀ ਸਿੱਖਿਆ ਨਾਲ ਇਹ ਜੋਤ ਹਿਰਦੇ ਅੰਦਰ ਪ੍ਰਗਟ ਹੋਏਗੀ। ਕਿੰਨਾ ਸੋਹਣਾ ਹੋਏਗਾ ਜਦੋਂ ਇਹ ਸਾਰਾ ਸਮਾਜ ਇੱਕ ਦੂਸਰੇ ਨੂੰ ਦੇਵਤੇ ਸਮਾਨ ਪੂਜੇਗਾ। ਕੋਈ ਮਿਲੇ ਹੱਸ ਕੇ ਮਿਲੇ, 7 ਤਿਉੜੀਆਂ ਨਾ ਪਾ ਲਵੇ ਵੀ ਇਹ ਕਿਉਂ ਮੇਰੇ ਮੱਥੇ ਲੱਗ ਗਿਆ, ਮੰਨੇ ਵੀ ਇਹ ਵੀ ਰੱਬ ਦਾ ਹੀ ਰੂਪ ਹੈ। ਕੋਈ ਨਫ਼ਰਤ ਨਹੀਂ ਹੋਏਗੀ ਸਮਾਜ ਦੇ ਅੰਦਰ, ਕੋਈ ਬੇਈਮਾਨੀ, ਕੋਈ ਈਰਖਾ ਦਵੇਸ਼ ਨਹੀਂ ਰਹਿ ਜਾਏਗੀ। ਪਰ ਜਿੰਨਾ ਚਿਰ ਬੰਦਾ ਰੱਬ ਕਿਸੇ ਹੋਰ ਥਾਂ ਤੇ ਖੋਜਦਾ ਹੈ ਤੇ ਮਨੁੱਖਾਂ ਨੂੰ ਦੁਰਕਾਰਦਾ ਹੈ, ਉਹਨਾਂ ਚਿਰ ਇਸ ਸਮਾਜ ਦੀ ਪ੍ਰਗਤੀ ਨਹੀਂ ਹੋ ਸਕਦੀ। ਪ੍ਰੋਗਰੈਸ ਉਦੋਂ ਹੋਏਗੀ ਜਦੋਂ ਗੁਰਸਿੱਖ ਨੂੰ ਗੁਰਸਿੱਖ ਮਿਲ ਕੇ ਇੱਕ ਦੂਸਰੇ ਵਿੱਚ ਗੁਰੂ ਨੂੰ ਲੱਭੇਗਾ। ਅੱਜ ਦਾ ਦਿਨ ਬੜਾ ਹੀ ਖਾਸ ਦਿਹਾੜਾ ਦਿਨ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਤੋਂ ਜਦੋਂ ਪੁੱਛਿਆ ਗਿਆ ਨਾ, ਮਹਾਰਾਜ ਤੁਹਾਡਾ ਗੁਰੂ ਕਿਹੜਾ ਹੈ, ਤੇ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਕਿਸੇ ਦੇਹਧਾਰੀ ਨੂੰ ਗੁਰੂ ਨਹੀਂ ਸੀ ਆਖਿਆ। ਮਹਾਰਾਜ ਕਹਿੰਦੇ ਸ਼ਬਦ ਗੁਰੂ ਸੁਰਤ ਧੁਨ ਚੇਲਾ। ਮੇਰਾ ਗੁਰੂ ਸ਼ਬਦ ਹੈ, ਮੇਰਾ ਗੁਰੂ ਉਹ ਗਿਆਨ ਹੈ ਜਿਸ ਨੇ ਮੈਨੂੰ ਇਹ ਦੱਸਿਆ, ਜਿਸ ਨੇ ਇਹ ਭੇਦ ਸਮਝਾਇਆ ਵੀ ਪਰਮੇਸ਼ਰ ਕਿੱਥੇ, ਕਿਵੇਂ, ਤੇ ਉਸ ਨੂੰ ਪ੍ਰਾਪਤ ਕਿੱਦਾਂ ਕਰਨਾ ਹੈ। ਇਹ ਗਿਆਨ ਕਿਸੇ ਅੰਦਰ ਵੀ ਪ੍ਰਗਾਸ ਹੋ ਸਕਦਾ ਹੈ, ਪਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਗਿਆਨ ਦੇ ਮਾਧਿਅਮ ਰਾਹੀਂ ਆਪਣੇ ਅੰਦਰ ਪਰਮੇਸ਼ਰ ਦੀ ਜੋਤ ਜਗਾਈ ਤੇ ਸਾਰੇ ਜਗਤ ਨੂੰ ਚਾਨਣ ਕੀਤਾ। 10 ਜਾਮੇ ਸਤਿਗੁਰੂ ਜੀ ਮਹਾਰਾਜ ਜੀ ਨੇ ਇਸ ਜੋਤ ਦਾ ਪ੍ਰਚਾਰ ਕਰਨ ਵਾਸਤੇ, ਇਸ ਸੱਚ ਦਾ ਪ੍ਰਚਾਰ ਕਰਨ ਵਾਸਤੇ ਲਗਾਏ। 10 ਵੱਖਰੇ ਵੱਖਰੇ ਸਰੀਰਾਂ ਦੇ ਅੰਦਰ ਇਹ ਜੋਤ ਦੀਵੇ ਤੋਂ ਦੀਵਾ ਜਗਿਆ। ਇੱਕ ਦੀਵਾ ਜਗਦਾ ਹੈ ਨਾ, ਉਹ ਦੂਸਰੇ ਨੂੰ ਜਗਾਉਣ ਦੀ ਸ਼ਮਤਾ ਰੱਖਦਾ। ਦੀਵੇ ਤੋਂ ਦੀਵਾ ਜਗਦਿਆਂ ਹੋਇਆਂ 10 ਸਰੂਪ ਪੂਰੇ ਕੀਤੇ, ਮੁਕੰਮਲ ਕੀਤੇ। ਇੱਕ ਐਸਾ ਮਾਰਗ ਦੁਨੀਆ ਦੇ ਸਾਹਮਣੇ ਲਿਆਂਦਾ ਜਿਸ ਮਾਰਗ ਤੇ ਚੱਲਿਆਂ ਅਸੀਂ ਇੱਕ ਪੂਰਨ ਮਨੁੱਖ, ਇੱਕ ਪ੍ਰੋਪਰ ਹਿਊਮਨ ਬਣ ਸਕਦੇ ਹਾਂ। ਸਿੱਖ ਸ਼ਸਤਰਧਾਰੀ ਹੈ, ਕਿਸੇ ਉੱਪਰ ਨਿਰਭਰ ਨਹੀਂ, ਕਿਸੇ ਉੱਪਰ ਆਸ਼ਰਿਤ ਨਹੀਂ, ਆਪਣੀ ਰੱਖਿਆ ਆਪ ਕਰਨਾ ਜਾਣਦਾ ਹੈ। ਪਹਿਲਾ ਨੇਮ ਘੜਿਆ ਕਿਰਤ ਕਰੋ, ਮੰਗ ਕੇ ਨਹੀਂ ਖਾਣਾ।
ਨਾਮ ਜਪੋ, ਰੱਬ ਨੂੰ ਹਮੇਸ਼ਾ ਚੇਤੇ ਰੱਖੋ। ਕੋਈ ਭੇਦ ਨਹੀਂ, ਭਾਵੇਂ ਅੱਲਾ ਕਹਿ ਲਓ, ਰਾਮ ਕਹਿ ਲਓ, ਵਾਹਿਗੁਰੂ ਕਹਿ ਲਓ, ਕੋਈ ਫਰਕ ਨਹੀਂ। ਨਾਮ ਜਪੋ, ਵੰਡ ਛਕੋ। ਸਾਰੇ ਮਨੁੱਖ, ਸਾਰੀ ਮਨੁੱਖ ਜਾਤੀ, ਸਾਰੇ ਜੀਵ ਸਾਡੇ ਆਪਣੇ ਨੇ। ਜੋ ਵੰਡ ਛਕਦੇ ਹੋ ਸਮਰੱਥਾ ਹੈ ਛਕ ਲਓ। ਇਹੋ ਨਹੀਂ ਆਖਿਆ ਵੀ ਲੰਗਰਾਂ ਤੇ ਜ਼ੋਰ ਦਿਓ। ਮਹਾਰਾਜ ਕਹਿੰਦੇ ਗਿਆਨ ਵੰਡਣਾ ਗਿਆਨ ਵੰਡੋ, ਮਾਇਆ ਵੰਡ ਸਕਦੇ ਮਾਇਆ ਵੰਡੋ, ਪਿਆਰ ਵੰਡਣਾ ਪਿਆਰ ਵੰਡੋ, ਵੰਡ ਕੇ ਛਕੋ। ਇਹ ਤਿੰਨ ਨੇਮ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਨ। ਇਹਨਾਂ ਤਿੰਨਾਂ ਨੇਮਾਂ ਦੇ ਵਿੱਚ ਸਾਨੂੰ ਪੂਰਾ ਕੀਤਾ। ਸਿੱਖ ਗਿਆਨਵਾਨ ਵੀ ਹੋਣਾ ਚਾਹੀਦਾ, ਸਿੱਖ ਸ਼ਸਤਰਧਾਰੀ ਵੀ ਹੋਣਾ ਚਾਹੀਦਾ, ਸੰਤ ਵੀ ਹੋਵੇ ਤੇ ਸਿਪਾਹੀ ਵੀ ਹੋਵੇ, ਅਧਿਆਤਮਕ ਕਲਾ ਵੀ ਹੋਵੇ। ਤੇ ਇੱਦਾਂ ਨਹੀਂ ਵੀ ਕੋਈ ਹਮਲਾ ਕਰਨ ਆਵੇ ਤੇ ਪਹਾੜਾਂ ਨੂੰ ਭੱਜ ਜਾਵੇ, ਮੈਂ ਇਹਨਾਂ ਤੋਂ ਕੀ ਲੈਣਾ। ਇੱਦਾਂ ਹੀ ਕਰਦੇ ਸਨ ਨਾ ਸੰਤ। ਬਾਬਰ ਚੜ੍ਹ ਕੇ ਆਇਆ, ਕਿੰਨੇ ਮੁਗਲ ਆਏ, ਕਿੰਨੇ ਜਰਵਾਣੇ ਆਏ। ਜਿਹੜੇ ਗਿਆਨੀ ਬੰਦੇ ਸਨ ਉਹ ਭੱਜ ਕੇ ਗੁਫਾਵਾਂ 'ਚ ਵੜ ਗਏ ਤੇ ਮਹਾਰਾਜ ਖਿੱਚ ਖਿੱਚ ਕੇ ਲਿਆਂਦੇ ਵੀ ਤੁਹਾਡਾ ਗਿਆਨ ਘਟੇਦਾ, ਤੁਹਾਨੂੰ ਇੰਨਾ ਪਤਾ ਨਹੀਂ ਵੀ ਲੋਕਾਂ ਨੂੰ ਜਾਗਰੂਕ ਕਰਨਾ ਹੈ। ਜੇ ਤੁਸੀਂ ਚੰਗੇ ਬੰਦਿਆਂ ਨੂੰ ਸਮਾਜ ਵਿੱਚ ਅਗਾਂਹ ਆਉਣ ਦੀ ਹੌਸਲਾ ਅਫਜ਼ਾਈ ਨਹੀਂ ਕਰੋਗੇ, ਇਹ ਸੂਝ ਨਹੀਂ ਦਿਓਗੇ, ਤੇ ਸਮਾਜ ਦੇ ਅੰਦਰ ਪਾਪ ਦਾ ਨਾਸ਼ ਨਹੀਂ ਹੋ ਸਕਦਾ। ਤੁਸੀਂ ਸੰਤ ਹੋ ਤੇ ਤੁਸੀਂ ਸਿਪਾਹੀ ਹੋ, ਸੰਤ ਤੇ ਸਿਪਾਹੀ। ਇੱਕ ਸਮਾਂ ਐਸਾ ਆਇਆ ਜਦੋਂ ਮਹਾਰਾਜ ਜੀ ਨੂੰ ਲੱਗਾ ਵੀ ਹੁਣ ਪੂਰਨ ਮਨੁੱਖ ਬਣ ਚੁੱਕਿਆ ਹੈ, ਤੇ ਜੋ ਸ਼ਬਦ ਦੀ ਅਗਵਾਈ ਹੈ, ਪੋਥੀ ਪਰਮੇਸ਼ਰ ਕਾ ਥਾਨ, ਜਾਂ ਜਿਸ ਨੂੰ ਗੁਰਦੇਵ ਪਾਤਸ਼ਾਹ ਸਮੇਂ ਸਮੇਂ ਸਿਰ ਆਪਣੇ ਲਫ਼ਜ਼ਾਂ ਅੰਦਰ ਬਿਆਨ ਕਰਦੇ ਰਹੇ ਵੀ ਓਟ ਆਸਰਾ ਕਿਹਦਾ ਲੈਣਾ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ, ਇਹਦੇ ਵਿੱਚ ਸਾਰੇ ਅੰਮ੍ਰਿਤ, ਇਹਦਾ ਆਸਰਾ ਲੈਣਾ, ਇਸ ਮਾਰਗ ਤੇ ਚੱਲਣਾ, ਸੱਚੀ ਬਾਣੀ ਨੂੰ ਗਾਉਣਾ। ਤੇ ਥਾਂ ਥਾਂ ਤੇ ਮਹਾਰਾਜ ਇਹ ਗੱਲ ਦੱਸਦੇ ਦਰਸਾਉਂਦੇ ਆ ਰਹੇ ਨੇ, ਸਰੀਰ ਨਾਲ ਨਹੀਂ ਜੁੜਨਾ, ਸ਼ਬਦ ਨਾਲ ਜੁੜਨਾ ਹੈ, ਗਿਆਨ ਨਾਲ ਜੁੜਨਾ ਹੈ। ਤੇ ਜਦੋਂ ਅਸੀਂ ਖਾਲਸਾ ਸਾਜਨਾ ਦਿਵਸ ਮਨਾਉਂਦੇ ਹਾਂ, ਅਸਲ ਵਿੱਚ ਖਾਲਸਾ ਪ੍ਰਗਟ ਦਿਹਾੜਾ ਹੈ। ਸਾਜਿਆ ਤਾਂ ਪਹਿਲਾਂ ਹੀ ਗਿਆ ਸੀ, ਸਾਜ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਦਿੱਤਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਨਿਸ਼ਾਨਦੇਹੀ ਕਰਕੇ ਪ੍ਰਗਟ ਕੀਤਾ, ਦੁਨੀਆ ਵਾਲਿਓ ਆਹ ਖਾਲਸਾ ਹੈ। ਸਤਿਗੁਰੂ ਜੀ ਮਹਾਰਾਜ ਜਾਣ ਗਏ ਸਨ ਵੀ ਹੁਣ ਖਾਲਸਾ ਆਪਣੇ ਫੈਸਲੇ ਆਪ ਕਰ ਸਕਦਾ, ਇਹਨਾਂ ਨੂੰ ਸਰੀਰ ਦੀ ਲੋੜ ਨਹੀਂ। ਪੰਜ ਪ੍ਰਧਾਨੀ ਸਿਸਟਮ ਦਿੱਤਾ ਹੈ ਸਾਨੂੰ, ਆਪਣੀਆਂ ਅਦਾਲਤਾਂ, ਸਾਨੂੰ ਆਪਣੇ ਤਖਤ ਦਿੱਤੇ। ਦੁਨੀਆ ਦੇ ਵਿੱਚ ਕੋਈ ਵੀ ਐਸਾ ਧਰਮ ਨਹੀਂ ਜਿਸ ਦੇ ਗੁਰਦੁਆਰੇ ਤਖਤ ਦੀ ਸੂਰਤ ਵਿੱਚ ਹੋਣ। ਅਸੀਂ ਜਿੱਧਰ ਜਾਈਏ ਸਾਡਾ ਉਧਰ ਤਖਤ ਹੈ। ਦੱਖਣ ਵੱਲ ਚਲੇ ਜਾਓ ਸਾਨੂੰ ਤਖਤ ਸ਼੍ਰੀ ਹਜ਼ੂਰ ਸਾਹਿਬ ਮਿਲੇਗਾ, ਪੂਰਬ ਵੱਲ ਚਲੇ ਜਾਓ, ਪੱਛਮ ਵੱਲ ਚਲੇ ਜਾਓ, ਉੱਤਰ ਵੱਲ ਚਲੇ ਜਾਓ, ਸਾਡੇ ਚਾਰਾਂ ਦਿਸ਼ਾਵਾਂ 'ਚ ਚਾਰ ਤਖਤ ਨੇ, ਪੰਜ ਤਖਤ ਕੁੱਲ। ਤੇ ਸਤਿਗੁਰੂ ਜੀ ਮਹਾਰਾਜ ਜੀ ਨੇ ਇਹ ਫੈਸਲਾ ਕਰਨ ਵਾਸਤੇ ਸਾਨੂੰ ਮੱਤ ਦਿੱਤੀ ਵੀ ਇੱਕ ਦਾ ਫੈਸਲਾ ਪੂਰਾ ਨਹੀਂ ਹੋ ਸਕਦਾ, ਪੰਚਾਂ ਦੀ ਪ੍ਰਵਾਨਗੀ ਹੋਵੇ। ਵੀ ਇੱਕ ਬੰਦਾ ਗਲਤ ਫੈਸਲਾ ਕਰ ਸਕਦਾ ਹੈ, ਇੱਕ ਬੰਦਾ ਤਾਨਾਸ਼ਾਹ ਹੋ ਸਕਦਾ, ਪੰਜੇ ਤਾਂ ਨਹੀਂ ਹੋਣਗੇ। ਪੰਜ ਬੰਦਿਆਂ ਦੀ, ਪੰਜ ਪਿਆਰਿਆਂ ਦੀ ਅਧੀਨਗੀ ਦੇ ਵਿੱਚ ਧਰਮ ਦੇ ਫੈਸਲੇ ਲਏ ਜਾਣ। ਕੋਈ ਵੀ ਭਾਵੇਂ ਰਾਜਨੀਤਿਕ ਫੈਸਲਾ, ਇਹ ਗੱਲ ਯਾਦ ਰੱਖੀਏ, ਗੁਰੂ ਘਰਾਂ ਦੇ ਵਿੱਚ ਕੇਵਲ ਧਾਰਮਿਕ ਫੈਸਲੇ ਨਹੀਂ, ਰਾਜਨੀਤਿਕ ਫੈਸਲੇ ਲੈਣ ਦਾ ਅਧਿਕਾਰ ਹੈ। ਮੀਰੀ ਪੀਰੀ ਦਾ ਸਿਧਾਂਤ ਹੈ, ਇੱਕ ਮੀਰੀ ਤੇ ਇੱਕ ਪੀਰੀ, ਇਹ ਦੋ ਗੱਲਾਂ ਨੇ ਸਾਡੇ ਵਿੱਚ। ਇੱਕ ਰਾਜਨੀਤੀ ਦਾ ਚਿੰਨ੍ਹ ਤੇ ਇੱਕ ਧਰਮ ਦਾ ਚਿੰਨ੍ਹ ਹੈ। ਪਰ ਨਾਲ ਹੀ ਇਹ ਦੱਸ ਦਿੱਤਾ ਵੀ ਰਾਜਨੀਤੀ ਉੱਪਰ ਧਰਮ ਭਾਰੂ ਹੈ, ਧਰਮ ਉੱਪਰ ਰਾਜਨੀਤੀ ਨਹੀਂ, ਕਿਉਂਕਿ ਧਰਮ ਦਾ ਨਿਸ਼ਾਨ ਵੱਡਾ ਹੈ ਤੇ ਰਾਜਨੀਤੀ ਦਾ ਛੋਟਾ ਹੈ। ਅਕਾਲ ਤਖਤ ਤੋਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਹੋ ਜਾਣਗੇ। ਜਦੋਂ ਫੈਸਲਾ ਲੈਣਾ, ਧਰਮ ਦੀ ਟੇਕ, ਧਰਮ ਦਾ ਆਸਰਾ ਹੋਵੇ, ਦਰਬਾਰ ਸਾਹਿਬ 'ਚ ਖੜੇ ਹੋ ਕੇ ਤੁਸੀਂ ਅਕਾਲ ਤਖਤ ਸਾਹਿਬ ਨੂੰ ਨਹੀਂ ਦੇਖ ਸਕਦੇ। ਜਦੋਂ ਤੁਸੀਂ ਧਰਮੀ ਹੋ ਫਿਰ ਰਾਜਨੀਤੀ ਦਾ ਆਸਰਾ ਨਹੀਂ। ਸਾਰੀ ਨਿਸ਼ਾਨਦੇਹੀ ਕਰਨ ਤੋਂ ਬਾਅਦ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਣੇ ਅੰਤਲੇ ਸਮੇਂ ਵਿੱਚ ਖਾਲਸੇ ਦੀ ਝੋਲੀ ਵਿੱਚ ਇਹ ਸ਼ਬਦ ਦਾ ਪੂਰਨ ਰੂਪ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਓਟ ਆਸਰੇ ਨਾਲ ਜੋੜਦੇ ਨੇ। ਸਿੱਖ ਗੁਰੂ ਸਾਹਿਬ ਜੀ ਨੂੰ ਸਵਾਲ ਕਰਦੇ, ਪ੍ਰਸ਼ਨ ਕਰਦੇ, ਮਹਾਰਾਜ ਤੁਸੀਂ ਕਹਿ ਰਹੇ ਹੋ ਅਸੀਂ ਚੱਲੇ ਹਾਂ, ਹੁਣ ਅਸੀਂ ਕਿਹਦੇ ਆਸਰੇ ਲੱਗੀਏ, ਕਿਹਨੂੰ ਆਪਣਾ ਗੁਰੂ ਕਹੀਏ, ਕਿਹਦੀ ਅਗਵਾਈ ਲਈਏ, ਕਿਸ ਦੇ ਫੈਸਲਿਆਂ ਨੂੰ ਪੂਰਾ ਮੰਨੀਏ। ਮਹਾਰਾਜ ਜੀ ਨੇ ਉੱਥੇ ਦੋ ਬਚਨ ਉਚਾਰਨ ਕੀਤੇ,
ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਹੁਣ ਅਗਲਾ ਜਿਹੜਾ ਸ਼ਬਦ ਹੈ ਨਾ, ਵੈਸੇ ਤਾਂ ਕਹਿੰਦੇ ਨੇ ਵੀ ਇਹਦੇ ਅੰਦਰ ਬਦਲਾਵ ਆਇਆ, ਗੁਰੂ ਖਾਲਸਾ ਮਾਨਿਓ ਪ੍ਰਗਟ ਗੁਰਾਂ ਕੀ ਦੇ। ਇਹ ਸ਼ਬਦ ਜਿਹੜਾ ਮੰਨਿਆ ਗਿਆ, ਕਿਉਂਕਿ ਸਤਿਗੁਰੂ ਜੀ ਮਹਾਰਾਜ ਜੀ ਦਾ ਇੱਕ ਬਚਨ ਹੋਰ ਹੈ, ਆਤਮਾ ਗ੍ਰੰਥ ਮੇ ਸਰੀਰ ਪੰਥ ਮੇ। ਮਹਾਰਾਜ ਤੁਹਾਡੇ ਰੂਪ ਦੇ ਦਰਸ਼ਨ ਕਰਨੇ ਹੋਣ ਤੇ ਕੀ ਕਰੀਏ? ਸਤਿਗੁਰੂ ਜੀ ਕਹਿੰਦੇ ਤਿਆਰ ਬਰ ਤਿਆਰ ਖਾਲਸਾ ਗੁਰੂ ਦਾ ਰੂਪ ਹੈ, ਮਾਨੋ ਗੁਰੂ ਦਾ ਸਰੀਰ ਹੈ, ਤੇ ਗੁਰੂ ਦੀ ਆਤਮਾ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ। ਇਹ ਦੋ ਚੀਜ਼ਾਂ ਜਦੋਂ ਪੂਰੀਆਂ ਹੋ ਜਾਣ ਨਾ, ਸਮਝ ਲਓ ਹਾਜ਼ਰ ਨਾਜ਼ਰ ਸਤਿਗੁਰੂ ਸਾਡੇ ਸਾਹਮਣੇ। ਇੱਕ ਤਿਆਰ ਬਰ ਤਿਆਰ ਖਾਲਸਾ ਸਾਡੇ ਸਾਹਮਣੇ ਹੋਵੇ ਤੇ ਉਸ ਖਾਲਸੇ ਦੀ ਅਗਵਾਈ ਕਿਹਦੇ ਹੱਥ ਵਿੱਚ ਹੋਵੇ? ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ। ਸਿੱਖ ਜਿੱਥੇ ਵੀ ਗਏ ਉੱਥੇ ਗੁਰਦੁਆਰੇ ਬਣਾਏ, ਕਾਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ। ਸਾਡੇ ਘਰ ਵਿੱਚ ਕੋਈ ਤਿਉਹਾਰ ਹੋਵੇ, ਕੋਈ ਫੰਕਸ਼ਨ ਹੋਵੇ, ਬਿਨਾਂ ਸਤਿਗੁਰੂ ਜੀ ਮਹਾਰਾਜ ਜੀ ਦੇ ਹੁਕਮ ਤੋਂ ਸਿੱਖ ਦਾ ਜੀਵਨ ਅਧੂਰਾ ਹੈ। ਕੋਈ ਕਾਰਜ ਹੋਵੇ, ਅਸੀਂ ਅਰਦਾਸ ਗੁਰੂ ਅੱਗੇ ਕਰਦੇ, ਕਿਸੇ ਦੇਹ ਧਾਰੀ ਦੰਭੀ ਅੱਗੇ ਨਹੀਂ। ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਕਰਦੇ, ਸੱਚੇ ਪਾਤਸ਼ਾਹ ਫਲਾਣਾ ਕਾਰਜ ਕਰਨ ਲੱਗੇ ਆ, ਤੇਰੀ ਰਜ਼ਾ ਏ, ਆਪ ਕਿਰਪਾ ਕਰਕੇ ਕਾਰਜ ਕਰਵਾਉਣਾ। ਪੂਰਨ ਹੋਣ ਤੋਂ ਬਾਅਦ ਮੁੜ ਅਰਦਾਸ ਹੁੰਦੀ, ਮਹਾਰਾਜ ਕਿਰਪਾ ਹੋਈ ਹੈ, ਆਪ ਜੀ ਨੇ ਇਹ ਕਾਰਜ ਸਫਲਾ ਕੀਤਾ ਹੈ, ਆਪ ਜੀ ਦੀ ਬਖਸ਼ਿਸ਼ ਅਸੀਸ ਹੈ, ਹੁਕਮ ਦਿਓ। ਘਰ ਵਿੱਚ ਕਿਸੇ ਦਾ ਜਨਮ ਹੁੰਦਾ ਹੈ, ਕਿਸੇ ਦੀ ਮ੍ਰਿਤਿੂ ਹੁੰਦੀ ਹੈ, ਅਸੀਂ ਗੁਰੂ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹਾਂ। ਤੇ ਇੱਥੇ ਹੀ ਨਹੀਂ, ਜੇਕਰ ਕੋਈ ਰਾਜਨੀਤਿਕ ਫੈਸਲਾ ਵੀ ਲੈਣਾ ਹੈ ਤੇ ਸਭ ਤੋਂ ਪਹਿਲਾਂ ਸਿੱਖ ਗੁਰਮਤਾ ਕਰਦੇ ਨੇ, ਸਤਿਗੁਰੂ ਜੀ ਮਹਾਰਾਜ ਜੀ ਤੋਂ ਹੁਕਮ ਲੈ ਕੇ ਅਰਦਾਸਾ ਸੁਧ ਕੇ ਉਸ ਕਾਰਜ ਨੂੰ ਕਰਦੇ ਨੇ। ਇਹ ਗੁਰੂ ਖਾਲਸੇ ਦਾ ਸਿਧਾਂਤ ਹੈ। ਤੇ ਮਹਾਰਾਜ ਜੀ ਨੇ ਏਡਾ ਵੱਡਾ ਰਾਜਨੀਤਿਕ ਤੇ ਧਾਰਮਿਕ ਸਿਧਾਂਤ ਸਾਡੀ ਝੋਲੀ ਵਿੱਚ ਪਾਇਆ, ਅਸੀਂ ਇਹ ਤੋਂ ਮੁਨਕਰ ਹੁੰਦੇ ਭੱਜਦੇ ਜਾ ਰਹੇ ਹਾਂ। ਸਾਡੇ ਘਰਾਂ ਦੇ ਫੈਸਲੇ ਵੀ, ਸਾਡੇ ਆਪਣੇ ਨਿਜਤਾ ਦੇ ਫੈਸਲੇ ਵੀ ਗੁਰੂ ਘਰਾਂ ਦੇ ਵਿੱਚ ਹੁੰਦੇ ਸਨ, ਕਿਉਂਕਿ ਅਸੀਂ ਸਮਝਦੇ ਸਾਂ ਵੀ ਇੱਥੇ ਧਰਮ ਦੀ ਗੱਲ ਹੋਏਗੀ, ਇੱਥੇ ਕੋਈ ਪਾਰਟੀਬਾਜ਼ੀ ਨਹੀਂ, ਇੱਥੇ ਕੋਈ ਗਰੁੱਪਬਾਜ਼ੀ ਨਹੀਂ ਹੋਏਗੀ, ਇੱਥੇ ਗੁਰੂ ਫੈਸਲਾ ਕਰੇਗਾ, ਜੋ ਗੁਰੂ ਫੈਸਲਾ ਕਰੇਗਾ ਉਹ ਸਾਰਿਆਂ ਨੂੰ ਪ੍ਰਵਾਨ ਹੋਏਗਾ। ਐਸੀ ਨੀਤੀ ਮਹਾਰਾਜ ਦੇ ਕੇ ਗਏ। ਤੇ ਫੈਸਲਾ ਕਿਹਨਾਂ ਰਾਹੀਂ ਹੁੰਦਾ ਸੀ? ਪੰਜ ਪਿਆਰਿਆਂ ਰਾਹੀਂ। ਪੰਜ ਪਿਆਰੇ ਫੈਸਲਾ ਕਰਦੇ, ਗੁਰੂ ਤੋਂ ਹੁਕਮ ਲੈਣਾ, ਹੁਕਮ ਲੈ ਕੇ ਮੰਥਨ ਕਰਨਾ, ਪੰਜਾਂ ਪਿਆਰਿਆਂ ਨੇ ਫੈਸਲਾ ਲੈ ਕੇ ਅਰਦਾਸਾ ਸੁਧਨਾ ਤੇ ਫੈਸਲਾ ਸੰਗਤ ਨੂੰ ਸੁਣਾ ਦੇਣਾ। ਇਹ ਨੀਤੀ ਤੋਂ ਸਾਨੂੰ ਤੋੜ ਕੇ ਇੱਧਰ ਵੱਲ ਮੋੜਿਆ ਗਿਆ। ਹੌਲੀ ਹੌਲੀ ਸਮਾਜ ਦੇ ਵਿੱਚੋਂ, ਗੁਰੂ ਘਰਾਂ ਦੇ ਵਿੱਚੋਂ ਇਹ ਨੀਤੀ ਖਤਮ ਕਰ ਦਿੱਤੀ ਗਈ ਵੀ ਇਹਨਾਂ ਦੇ ਫੈਸਲੇ ਅਦਾਲਤਾਂ 'ਚ ਹੋਣ। ਫਿਰ ਸਰਕਾਰਾਂ ਦੇ ਹੱਥ ਆ ਗਏ ਤੇ ਸਰਕਾਰਾਂ ਜਿਵੇਂ ਚਾਹਣ ਉਵੇਂ ਸਿੱਖਾਂ ਨੂੰ ਮੋੜ ਦੇਣ। ਖੈਰ, ਅੱਜ ਦੇ ਦਿਨ ਸਤਿਗੁਰੂ ਜੀ ਮਹਾਰਾਜ ਇਸ ਪੰਥ ਨੂੰ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਲੜ ਲਾ ਕੇ, ਲਿਵ ਲਾ ਕੇ ਆਪ ਸਦਾ ਲਈ ਉਸ ਪਰਮ ਜੋਤ ਵਿੱਚ ਵਿਲੀਨ ਹੋ ਗਏ। 1708 ਈਸਵੀ ਨੂੰ ਮਹਾਰਾਜ ਜੀ ਨੇ ਆਪਣੇ ਜੀਵਨ ਅੰਦਰ ਕੁੱਲ 14 ਜੰਗਾਂ ਵੱਡੀਆਂ ਲੜੀਆਂ, ਕੁਝ ਛੋਟੀਆਂ ਝੜਪਾਂ, ਉਹਨਾਂ ਦੀ ਗਿਣਤੀ ਵੱਖਰੀ ਹੁੰਦੀ ਹੈ। 13 ਜੰਗਾਂ ਪਹਾੜੀ ਰਾਜਿਆਂ ਨਾਲ ਸਨ, ਇੱਕ ਜੰਗ ਬਾਦਸ਼ਾਹੀ ਹਿੰਦ ਦੇ ਨਾਲ ਸੀ, ਸਭ ਤੋਂ ਵੱਡੀ ਅਖੀਰਲੀ ਜੰਗ। ਤੇ ਸਤਿਗੁਰੂ ਜੀ ਮਹਾਰਾਜ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਜਿੰਨੀਆਂ ਜੰਗਾਂ ਜਿੱਤੀਆਂ, ਉਹਦੇ ਵਿੱਚ ਕਿਸੇ ਦੇ ਮਾਲ ਅਸਬਾਬ ਪ੍ਰਾਪਰਟੀ ਤੇ ਕਬਜ਼ਾ ਨਹੀਂ ਕੀਤਾ, ਕਿਉਂਕਿ ਸਿੱਖਾਂ ਦੀ ਜੰਗ ਜਰ ਜੋਰੂ ਜ਼ਮੀਨ ਵਾਸਤੇ ਨਹੀਂ। ਸਾਡੀ ਜੰਗ ਦਾ ਫਲਸਫਾ ਹੀ ਵੱਖਰਾ ਹੈ। ਅਸੀਂ ਤੇਗ ਚੁੱਕੀ ਹੈ ਤੇ ਇਸ ਕਰਕੇ ਚੁੱਕੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਨਾ ਕਿਸੇ ਦਾ ਹੱਕ ਮਾਰਾਂਗੇ ਤੇ ਨਾ ਆਪਣਾ ਹੱਕ ਕਿਸੇ ਨੂੰ ਖੋਣ ਦੇਵਾਂਗੇ, ਇਸ ਲਈ ਤੇਗ ਚੁੱਕੀ ਹੈ। ਸਾਡਾ ਤੇਗ ਚੁੱਕਣਾ ਵੀ ਧਰਮ ਹੈ, ਸਾਡਾ ਬੋਲਣਾ ਵੀ ਧਰਮ ਹੈ, ਕਿਉਂਕਿ ਅਸੀਂ ਕਿਸੇ ਝੂਠੇ ਦੇ ਹੱਕ ਦੀ ਗਵਾਹੀ ਨਹੀਂ ਭਰਦੇ, ਅਸੀਂ ਸੱਚੇ ਦੇ ਹੱਕ ਵਿੱਚ ਖਲੋਨੇ, ਤਾਂ ਸਾਡੇ ਬੋਲ ਵੀ ਧਰਮ ਦੇ ਬੋਲ ਨੇ। ਸਿੱਖ ਦਾ ਜੀਵਨ ਕਰਮ ਹੀ ਧਰਮ ਹੈ। ਆਓ ਅੰਤਲੀ ਪੰਕਤੀ ਦੀ ਵਿਚਾਰ ਕਰਕੇ ਇਸ ਵਿਚਾਰ ਨੂੰ ਪੂਰਨ ਕਰੀਏ। ਕਹਿੰਦੇ ਸੋ ਮਿਲੈ ਜੋ ਵਡਭਾਗੋ, ਜਿਹੜਾ ਗੁਰੂ ਨੂੰ ਮਿਲ ਜਾਵੇ ਉਹ ਵਡਭਾਗਾ ਹੁੰਦਾ ਹੈ, ਜਿਸ ਨੂੰ ਪਰਮੇਸ਼ਰ ਦੇ ਦੀਦਾਰ ਹੋ ਜਾਣ। ਆਨੰਦ ਸੁਨੋ ਵਡਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ।
ਪਾਰ ਬ੍ਰਹਮ ਨੂੰ ਪਾ ਲੈਣਾ ਹੀ ਵਡਭਾਗੀ ਜੀਵਨ ਹੈ। ਬ੍ਰਿੰਦਾਵਨ ਮਨ ਹਰਨ ਮਨੋਹਰ ਕ੍ਰਿਸ਼ਨ ਚਰਾਵਤ ਗਾਓ ਰੇ। ਬ੍ਰਿੰਦਾਵਨ ਵਿੱਚ ਜਿੱਦਾਂ ਗਾਵਾਂ ਚਰਾਉਣ ਵਾਲਾ ਕ੍ਰਿਸ਼ਨ ਹੈ, ਜਾਂ ਕਾ ਠਾਕੁਰ ਤੋਈ ਸਰੰਗ ਤਰ ਮੋਹਿ ਕਬੀਰਾ ਨਾਉ ਰੇ। ਜਿੱਦਾਂ ਗਵਾਲਾ ਗਊ ਗਰੀਬ ਦੀ ਰਾਖੀ ਕਰਨ ਵਾਲਾ ਕ੍ਰਿਸ਼ਨ ਹੈ, ਉੱਦਾਂ ਸੱਚੇ ਪਾਤਸ਼ਾਹ ਉਹਨਾਂ ਗਵਾਲਣਾ ਨੂੰ ਗਰੀਬ ਆਖਿਆ ਜਾਂਦਾ ਸੀ ਜੋ ਤੇਰੀਆਂ ਨਾਲ ਜੁੜ ਜਾਂਦੀਆਂ ਸਨ, ਕ੍ਰਿਸ਼ਨ ਨਾਲ ਜੁੜ ਜਾਂਦੀਆਂ ਸਨ। ਮੈਂ ਵੀ ਚਾਹੁੰਦਾ ਹਾਂ ਮੈਨੂੰ ਵੀ ਕੋਈ ਕਬੀਰ ਜੁਲਾਹਾ ਗਰੀਬ ਆਖੇ ਵੀ ਇਹ ਗਰੀਬ ਤਾਂ ਰੱਬ ਦੇ ਨਾਲ ਜੁੜਿਆ, ਮੇਰਾ ਜੀਵਨ ਵੀ ਉਹਨਾਂ ਗਵਾਲਣਾ ਵਾਂਗ ਤੇਰੇ ਤੇ ਨਿਸ਼ਾਵਰ ਹੋ ਜਾਏ। ਉਹ ਕ੍ਰਿਸ਼ਨ ਨਾਲ ਜੁੜੀਆਂ ਸਨ, ਮੈਂ ਸੱਚੇ ਪਾਤਸ਼ਾਹ ਤੇਰੇ ਨਾਲ ਜੁੜੇ। ਸੋ ਸਾਧ ਸੰਗਤ ਜੀ, ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਇਹ ਉਦਾਹਰਣ ਬਖਸ਼ ਕੇ, ਉਦਾਹਰਣ ਦੇ ਕੇ ਇਸ ਪਾਵਨ ਸ਼ਬਦ ਨੂੰ ਪਰਮੇਸ਼ਰ ਦੇ ਸਿਫਤੋ ਸਲਾਹ ਵਿੱਚ ਜੋੜਦੇ ਨੇ। ਗੁਰੂ ਸਾਹਿਬ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ, ਰਹਿੰਦੇ ਸਮੇਂ ਵਿੱਚ ਆਪਣੀ ਵਿਚਾਰ ਪੂਰਨ ਕਰਵਾਈ, ਆਪ ਬਖਸ਼ਿਸ਼ਾਂ ਕਰਕੇ ਇਤਿਹਾਸ ਦੀਆਂ ਵਿਚਾਰਾਂ ਕਰਵਾਈਆਂ। ਆਪ ਸਰਬੱਤ ਸੰਗਤ ਗੁਰੂ ਦਾ ਰੂਪ ਬਖਸ਼ਣਹਾਰਿਓ ਬਖਸ਼ਣਾ ਜੀ। ਸਭਨਾ ਸੰਗਤਾਂ ਦਾ ਧੰਨਵਾਦ ਹੈ। ਧੰਨਵਾਦ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ, ਤੇ ਇਸ ਪਾਵਨ ਅਸਥਾਨ ਦੇ ਹੈਡ ਗ੍ਰੰਥੀ ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ, ਜਿਨ੍ਹਾਂ ਦੇ ਪਿਆਰ ਅਸੀਸ ਸਦਕਾ ਇਹ ਵਿਚਾਰ ਦਾਸਰੀ ਨੇ ਪੂਰੀ ਕੀਤੀ। ਪ੍ਰਵਾਨੋ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ